Yeah. So, मैं ਜਦੋਂ we were in India for a week or so in late January ਤੇ ਅਸੀਂ ਅੰਮ੍ਰਿਤਸਰ ਗਏ ਤੇ ਉੱਥੇ ਮੈਨੂੰ ਬਣੇ ਕਿ ਕਈ ਵਾਰੀ ਬੰਦੇ ਨੂੰ ਵੈਸੇ ਤਾਂ ਹਿਸਟਰੀ ਪੜ੍ਹੀ ਹੋਈ ਹੈ ਸਾਰੇ ਕਿ 1823 ਵਿੱਚ ਜੰਗ ਹੋਈ ਹੈ ਬਟ ਕਈ ਵਾਰੀ ਬੰਦੇ ਦਾ ਖਿਆਲ ਨਹੀਂ ਆਉਂਦਾ ਤੇ ਉੱਥੇ ਮੈਂ ਇਸ਼ਤਿਹਾਰ ਜੋ ਦੇਖੇ ਤੇ ਮੈਨੂੰ ਅਚਾਨਕ ਖਿਆਲ ਆਇਆ ਮੈਂ ਕਿਹਾ ਉਹ ਯਾਰ 200 ਇਅਰਸ ਹੋ ਗਏ ਪੂਰੇ ਸੋ ਮੈਂ ਮਨ ਚ ਤਾਂ ਹੀ ਧਾਰ ਲਿੱਤਾ ਸੀ ਕਿ ਮੈਂ ਕਿਹਾ ਇਹਨਾਂ ਦੀ ਲਾਈਫ ਦੇ ਉੱਤੇ ਬਿਕਾਜ਼ ਬਹੁਤ ਲੋਕ ਖਾਲੀ ਜਾਣਦੇ ਹਨ ਨਾਮ ਬਟ ਇਤਨਾ ਪਤਾ ਨਹੀਂ ਉਹਨਾਂ ਬਾਰੇ ਕੁਝ ਵੀ so we will be dedicating this session and hopefully the next session also to ਇਸ ਬਹੁਤ ਵੱਡੇ ਇੱਕ ਯੋਧਾ ਔਰ ਸੰਤ ਸਿਪਾਹੀ ਦੋਨੋਂ ਨਾਲ ਇਕੱਠੇ ਚੱਲਣ ਵਾਲੇ ਔਰ ਸਿੱਖ ਹਿਸਟਰੀ ਦੀਆਂ ਉਹ ਪਰਤੇ ਜਿਹੜੇ ਹਨ ਉਹ ਜਿਹੜੇ ਕਾਗਜ਼ ਜਿਹੜੇ ਹਨ ਜਿਹੜੇ ਉਹ ਸਾਹਮਣੇ ਆਣੇ ਚਾਹੀਦੇ ਨੇ ਤੁਹਾਡੇ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡਾ ਪਿਛੋਕੜ ਕੀ ਹੈ ਕੀ ਹੈ ਤੁਹਾਡਾ ਇਤਿਹਾਸ ਤੁਹਾਡਾ ਐਂਡ ਐਵਰੀਥਿੰਗ So I'm sorry that if I disappointed anybody. Jabji the topic chal raha hai, but to me this is also important. And so by the way, just to let you know कि ਇੰਡੀਆ ਵਿੱਚ ਕੋਈ ਬਹੁਤ ਵੱਡੇ ਗੁਰਦੁਆਰਿਆਂ 'ਚ ਹਰ ਜਗ੍ਹਾ ਇਹਨਾਂ ਦਾ ਨਹੀਂ ਮਨਾਇਆ ਗਿਆ ਅਨਫੋਰਚੂਨੇਟਲੀ ਪਰ ਅੰਮ੍ਰਿਤਸਰ ਵਿਖੇ ਕਿਉਂਕਿ ਉਹਨਾਂ ਦਾ ਸਥਾਨ ਅੰਮ੍ਰਿਤਸਰ ਬਹੁਤ ਦੇ ਰਹਿਣ ਆਪ ਉਹ ਛਾਉਣੀ ਉਹਨਾਂ ਦਾ ਸਥਾਨ ਅੰਮ੍ਰਿਤਸਰ ਹੈ ਪ੍ਰੋਪਰ ਤੇ ਉੱਥੇ ਵੱਡੇ ਤੌਰ ਤੇ ਮਨਾਇਆ ਗਿਆ ਅਨੰਦਪੁਰ ਸਾਹਿਬ ਬਣਾਇਆ ਗਿਆ ਉਸ ਤੋਂ ਇਲਾਵਾ ਦੋ ਜਗ੍ਹਾ ਜਿੱਥੇ ਉਹਨਾਂ ਨੇ ਬੜਾ ਟਾਈਮ ਸਪੈਂਡ ਕੀਤਾ ਤਰਨਤਾਰਨ ਸਾਹਿਬ ਤੇ ਸਾਬੋ ਕੀ ਤਲਵੰਡੀ ਦਮਦਮਾ ਉੱਥੇ ਵੀ ਮੁਕਤਸਰ ਸਾਹਿਬ ਇਹ ਜਗ੍ਹਾ ਤੇ ਕਾਫੀ ਦੇ ਰਹੇ ਆਪ ਹੋਰ ਉਹਨਾਂ ਨੇ ਸੇਵਾਵਾਂ ਜਿਹੜੀਆਂ ਹਨ ਇਹਨਾਂ ਗੁਰਦੁਆਰਿਆਂ ਦੀਆਂ ਕਰਾਈਆਂ ਹੱਥੀ ਸੇਵਾਵਾਂ ਵੀ ਕਰਾਈਆਂ ਤੇ ਅਨਫੋਰਚੂਨੇਟਲੀ ਪਾਕਿਸਤਾਨ ਵਿੱਚ ਆਫ ਕੋਰਸ ਜਿਹੜੇ ਵੱਡੇ ਸਥਾਨ ਉੱਥੇ ਉਹਨਾਂ ਦੇ ਨਾਲ ਸੰਬੰਧਿਤ ਹਨ ਜਿਹੜੇ ਉਹਨਾਂ ਵਿੱਚੋਂ ਮੈਂ 3 ਨਾਂ ਤੇ ਜ਼ਰੂਰ ਲਵਾਂਗਾ 4 ਇੱਕ ਪਿਸ਼ਾਵਰ ਇੱਕ ਜਮਰੋਦ ਅਟਕ ਪੰਜਾ ਸਾਹਿਬ ਗੁਜਰਾਂਵਾਲਾ ਮੁਲਤਾਨ ਤੇ ਕਸੂਰ ਇਹ ਇੰਪੋਰਟੈਂਟ ਜਗ੍ਹਾ ਉਹਨਾਂ ਦੇ ਨਾਲ ਜਿਹੜੀਆਂ ਸੰਬੰਧਿਤ ਸਥਾਵਾਂ ਜਿਹੜੀਆਂ ਹਨ ਸਪੈਸ਼ਲੀ ਅੱਜ ਜੇ ਸੈਸ਼ਨ ਵਿੱਚ ਕਸੂਰ ਤੇ ਮੁਲਤਾਨ ਦੀ ਜੰਗ ਬਾਰੇ ਡਿਸਕਸ਼ਨ ਜਿਹੜੀ ਹੈ ਵਾਂਟ ਟੂ ਗਿਵ ਲਿਟਲ ਬਿਟ ਮੋਰ ਡਿਟੇਲਸ on what went on there and ਉਹਨਾਂ ਦਾ ਰੋਲ ਕਿੰਨਾ ਵੱਡਾ ਸੀ ਇਹਨਾਂ ਜੰਗਾਂ ਦੇ ਵਿੱਚ ਸ਼ਾਹ ਜ਼ਮਾਨ ਦੀ ਅਟੈਕ ਜਿਹੜਾ ਹੋਇਆ ਜਿਹੜਾ ਅੰਮ੍ਰਿਤਸਰ ਵਿੱਚ ਉਹਦੇ ਵਿੱਚ ਤੇ ਉਹਨਾਂ ਦੀ ਸੇਵਾ ਜਿਹੜੀ ਹੈ ਅਕਾਲ ਤਖਤ ਦੇ ਜਥੇਦਾਰ ਦੀ ਉੱਤੇ ਸੋ this is very close to me this topic I have read a lot about it earlier sometimes it's difficult to put all your notes together in one place I'll try my best ਕਿ ਕੋਈ ਛੁੱਟੇ ਨਾ ਕੋਈ ਗੱਲ ਕੋਈ ਇੰਪੋਰਟੈਂਟ ਜਿਹੜੀ ਗੱਲ ਕਹਿਣ ਵਾਲੀ ਉਹਨਾਂ ਦੀ ਲਾਈਫ ਬਾਰੇ ਔਰ ਜੇ ਮੇਰੇ ਕੋਲ ਕੋਈ ਗਲਤੀ ਹੋ ਜਾਏ ਜਾਂ ਮੇਰੇ ਕੋਲ ਕੋਈ ਫੈਕਟ ਕੋਈ ਮਿਸ ਹੋ ਜਾਏ ਮੇਰਾ ਤੇ ਪਲੀਜ਼ ਜੰਪ ਇਨ ਐਂਡ ਅਨਮਿਊਟ yourself and help me out and everything we're all in this together though ਮੇਰਾ ਗੋਲ ਇਹ ਹੈ ਕਿ ਉਹਨਾਂ ਦੀ ਲਾਈਫ ਤੁਹਾਡੇ ਸਾਹਮਣੇ ਆਵੇ ਔਰ ਉਹਨਾਂ ਦੀ ਲਾਈਫ ਵਿੱਚੋਂ ਸਾਨੂੰ ਇੱਕ ਅੰਦਰੋਂ ਇੱਕ ਪੈਦਾ ਹੋਵੇ ਅੰਦਰੋਂ ਕਿ ਅਸੀਂ ਵੀ ਕਿਉਂ ਜੇ ਸਿੱਖ ਬਣਨਾ ਹੈ ਅਸੀਂ ਕਿਉਂ ਜੇ ਸਿਧਾਂਤ ਰੱਖਣੇ ਹਨ ਆਪਣੇ ਅੰਦਰ ਤੇ ਉਹਨਾਂ ਵਰਗਾ ਹੁਣ ਬਹੁਤ ਮੁਸ਼ਕਿਲ ਹਨ ਪੈਦਾ ਹੋਣੇ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਸੰਗਰੂਰ ਜ਼ਿਲ੍ਹੇ ਵਿੱਚ ਪਿੰਡ ਸਿੰਘਾਂ ਵਿੱਚ ਹੋਇਆ ਵਿਲੇਜ ਦਾ ਨਾਮ ਬਦਲ ਗਿਆ ਹੁਣ ਆਈ ਲੁਕਡ ਇਟ ਅਪ ਔਨ ਗੂਗਲ ਐਂਡ ਐਵਰੀਥਿੰਗ ਹੁਣ ਉਹ ਸਿੰਘਾਂ ਵਿਲੇਜ ਨਹੀਂ ਹੈ ਕੋਈ ਦੂਸਰਾ ਨਾਂ ਹੈ ਹੈਵ ਇਟ ਦ ਨੇਮ ਰਿਟਨ ਡਾਊਨ ਇਫ ਯੂ ਵਾਂਟ ਟੂ ਰੀਡ ਮੋਰ ਅਬਾਊਟ ਹਿਮ ਤੇ ਹੋਤੀ ਮਰਦਾਨ ਰਾਂ ਦੀ ਕਿਤਾਬ ਮਸ਼ਹੂਰ ਹੈ ਬੜੀ ਇੱਕ ਹੋਰ ਕਿਤਾਬ ਹੈ ਮੈਂ 2-3 ਤੁਹਾਨੂੰ ਸੋਰਸਸ ਦੇ ਦਿਆਂਗਾ which you can read though unfortunately not too much details ਬਹੁਤ ਲੋਕਾਂ ਨੇ ਉਹਨਾਂ ਬਾਰੇ ਬਹੁਤ ਕੁਝ ਲਿਖਿਆ ਨਹੀਂ ਪਰ ਫਿਰ ਵੀ ਲਿਖਤਾਂ ਪ੍ਰਾਪਤ ਹਨ ਪੁਰਾਤਨ and you'll be surprised ਕਿ ਅਫਗਾਨਾਂ ਨੇ ਤੇ ਮੁਸਲਮਾਨਾਂ ਨੇ ਤੇ ਅੰਗਰੇਜ਼ਾਂ ਨੇ ਬੜਾ ਕੁਝ ਲਿਖਿਆ ਉਹਨਾਂ ਬਾਰੇ ਗਲਤ ਲਿਖਿਆ ਜ਼ਿਆਦਾਤਰ ਬਟ ਲਿਖਿਆ ਹੈ ਉਹਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਤਨੀ ਡਰਦੇ ਸਨ ਇਹਨਾਂ ਕੋਲੋਂ ਬੜਾ ਡਰ ਦਬਦਬਾ ਬੜਾ ਸੀ ਇਹਨਾਂ ਦਾ ਆਪਣਾ ਸੋ ਜਨਮ 1761 ਜਨਵਰੀ 1761 ਵਿੱਚ ਜਨਮ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਦਾ ਸਦਰਨ ਪੰਜਾਬ ਵਿੱਚ ਰੈਗੂਲਰ ਫਾਰਮਰ ਦੀ ਫੈਮਿਲੀ ਜੱਟ ਫੈਮਿਲੀ ਵਿੱਚ ਡੈਡ ਦਾ ਨਾਂ ਸਰਦਾਰ ਈਸ਼ਰ ਸਿੰਘ ਔਰੀ
ਆਪ ਬੜੇ ਵੱਡੇ ਸਨ, ਸਿਪਾਹੀ ਸਨ, ਤੇ ਉਹਨਾਂ ਦੇ ਦਾਦਾ ਜੀ ਜਿਨ੍ਹਾਂ ਨੇ ਬੰਦਾ ਬਹਾਦਰ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਸੀ। ਮਹਾਰਾਜ ਦੇ ਟਾਈਮ ਰਹਿਣ ਵਾਲੇ ਬੜੇ ਗੁਰਸਿੱਖ ਫੈਮਿਲੀ ਵਿੱਚ ਜਨਮ ਹੋਇਆ ਉਹਨਾਂ ਦਾ। ਐਂਡ ਜਸਟ ਟੂ ਆਈ ਵੁੱਡ ਟੇਕ ਯੂ ਬੈਕ ਅਬਾਊਟ 60 years, ਜਸਟ ਟੂ give you an idea what was going on in 1761 in Punjab, though, just to be on the safe side of it, just to let you know. मैं एक page ते लिख भी दियांगा सारा कुछ in a few seconds, but I'll take you back to 1707, 1699 ਵਿੱਚ 1699 ਵਿੱਚ ਖਾਲਸਾ ਸਾਜਿਆ ਗਿਆ। ਕਲਗੀਧਰ ਪਿਤਾ ਅਨੰਦਪੁਰ ਦਾ ਕਿਲਾ ਛੋੜਦੇ ਹਨ, ਛੋੜ ਕੇ ਮਾਛੀਵਾੜੇ ਤੋਂ ਚਮਕੌਰ ਦੀ ਜੰਗ ਤੋਂ ਬਾਅਦ ਮਾਲਵੇ ਦੀ ਰਸਤੇ ਚ ਹੁੰਦੇ ਹੋਏ ਆਖਰੀ ਜੰਗ ਕਰਦੇ ਹਨ ਮੁਕਤਸਰ ਵਿੱਚ। ਫਿਰ ਵਾਪਸ ਆਉਂਦੇ ਹਨ ਦਮਦਮਾ, ਬੀੜ ਲਿਖਾਈ ਜਾਂਦੀ ਹੈ ਉੱਥੇ। ਬੀੜ ਲਿਖਾਣ ਤੋਂ ਬਾਅਦ ਆਪ ਔਰੰਗਜ਼ੇਬ ਨੂੰ ਮਿਲਣ ਵਾਸਤੇ ਜਾਂਦੇ ਹਨ। ਐਜ਼ ਵੀ ਆਲ ਨੋ ਕਿ ਔਰੰਗਜ਼ੇਬ ਦੀ ਡੈਥ 1707 ਵਿੱਚ ਹੋਈ ਹੈ, ਤੇ ਮਹਾਰਾਜ ਜਦੋਂ ਉਹਨਾਂ ਦੀ ਜੋਤੀ ਜੋਤ ਜਿਹੜੀ ਡੇਟ ਜਿਹੜੀ ਉਹ ਅਗਲੇ ਸਾਲ 1708 ਵਿੱਚ ਹੋਈ ਉਹਨਾਂ ਦੀ ਨਾਂਦੇੜ ਜਾਣ ਤੋਂ ਬਾਅਦ ਜਿਹੜੀ ਹੈ ਪੰਜਾਬ ਵਿੱਚ ਸਿੱਖਾਂ ਦਾ ਦਬਦਬਾ ਘਟ ਗਿਆ। ਫਿਰ ਬੰਦਾ ਸਿੰਘ ਬਹਾਦਰ ਦੇ ਆਉਣ ਦੇ ਨਾਲ ਫਰਕ ਪੈ ਗਿਆ। ਦੁਬਾਰਾ ਸਿੱਖ ਜਿਹੜੀ ਹਨ ਉਹਨਾਂ ਨੇ ਕਾਫੀ ਇਲਾਕੇ ਜਿੱਤੇ ਆਪਣੇ, ਲੇਕਿਨ ਇਹ ਸ਼ਾਰਟ ਲਿਵਡ ਹੋਇਆ। 1715-16 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਗਈ, ਉਹਨਾਂ ਨੂੰ ਕੈਪਚਰ ਕਰ ਲਿੱਤਾ ਗਿਆ। ਮੈਂ ਪੂਰੀ ਡਿਟੇਲ ਚ ਨਹੀਂ ਜਾਣਾ, ਜਸਟ ਟੂ ਗਿਵ ਯੂ ਅ ਸਿਨੋਪਸਿਸ ਅੰਟਿਲ 1761। ਤੇ 1715-16 ਤੋਂ ਲੈ ਕੇ 1728-29 ਤੱਕ ਦੀ ਬਹੁਤ ਡਿਟੇਲਸ ਨਹੀਂ ਮਿਲਦੀਆਂ ਕੀ ਹੋਇਆ ਪੰਜਾਬ ਵਿੱਚ ਉਹਨਾਂ ਦਿਨਾਂ ਚ। ਰਾਜ ਜਿਹੜਾ ਵੈ ਉਹ ਅਬਦੁਲ ਸਮਾਦ ਖਾਨ ਤੇ ਅਬਦੁਲ ਸਮਾਦ ਖਾਨ ਦੇ ਬੇਟੇ ਜ਼ਕਰੀਆ ਖਾਨ ਗਵਰਨਰ ਸਨ ਲਾਹੌਰ ਦੇ ਅੰਡਰ ਦ ਮੁਗਲ ਐਮਪਾਇਰ। ਜ਼ਾਲਮ ਸਨ ਦੋਨੋਂ, ਸਿੱਖਾਂ ਦੇ ਖਿਲਾਫ ਸਪੈਸ਼ਲੀ ਬਹੁਤ। ਤੇ ਜ਼ਕਰੀਆ ਖਾਨ ਦੀ ਹਕੂਮਤ ਜਿਹੜੀ ਹੈ ਉਹ ਚੱਲੀ ਕਾਫੀ ਦੇਰ। ਉਹਨਾਂ ਦਿਨਾਂ ਵਿੱਚ ਜਿਹੜੀ ਬੰਦਾ ਸਿੰਘ ਬਹਾਦਰ ਦੇ ਜਾਣ ਤੋਂ 10 ਸਾਲ ਬਾਅਦ ਦੀ ਹਿਸਟਰੀ ਕੋਈ ਬਹੁਤੀ ਸਾਨੂੰ ਪਤਾ ਨਹੀਂ। ਸਿੱਖਾਂ ਦੇ ਉੱਤੇ ਮੁੱਲ ਪੈ ਗਿਆ 10-10 ਰੁਪਏ, 20-20 ਰੁਪਏ, 25-25 ਰੁਪਏ। ਔਰ ਇੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ 1715-16 ਤੋਂ ਬਾਅਦ, ਜਿਹੜਾ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਕਿਧਰੇ ਨਾ ਤੁਹਾਨੂੰ ਮਿਲਿਆ ਹੋਵੇ, ਕਿ ਸਿੱਖਾਂ ਨੂੰ ਆਪਣੇ ਘਰ-ਬਾਰ ਛੋੜਨੇ ਪਏ। ਸਾਰੇ ਸਿੱਖ ਆਪਣੇ ਘਰ-ਬਾਰ ਛੋੜ ਦਿੱਤੇ। ਸਕੂਲ, ਕੈਨ ਯੂ ਇਮੈਜਿਨ, ਜਸਟ ਇੱਕ ਜਗ੍ਹਾ ਤੁਸੀਂ ਰਹਿ ਰਹੇ ਹੋ, ਤੁਹਾਡੀਆਂ ਜ਼ਮੀਨਾਂ ਹਨ, ਕਾਰੋਬਾਰ ਹਨ, ਹੁਣ ਵੀ ਦੇਖ ਲਓ ਆਪਣੀ ਫੈਮਿਲੀ, ਤੁਹਾਨੂੰ ਕੋਈ ਕੱਲ ਆ ਕੇ ਕਹੇ you got to leave here, you can't live in this house anymore, ਔਰ ਜਿੰਨੇ ਪੈਸੇ ਹਨ ਤੁਹਾਡੇ ਕੋਲ ਰੱਖ ਦਿਓ ਤੇ ਤੁਹਾਡੇ ਆਪਣੇ ਜਾਨ ਦੇ ਲਾਲੇ ਪਏ ਹੋਏ, ਜਾਓ ਜਿੱਥੇ ਜਾਣਾ ਹੈ। ਸੋ ਇਹਨਾਂ ਦਿਨਾਂ ਦੇ ਵਿੱਚ 1717, 1718, 19, 20, 21 ਇਹਦੇ ਦੇ ਕਰੀਬ ਸਿੱਖਾਂ ਨੇ ਵੱਡੇ ਸ਼ਹਿਰਾਂ ਵਿੱਚੋਂ ਕੂਚ ਕਰ ਦਿੱਤੀ। ਦੋ ਵੱਡੇ ਸਥਾਨ ਪੈਦਾ ਹੋ ਗਏ। ਇੱਕ ਜਿਹੜਾ ਜੰਗਲ ਸੀ ਥੱਲੇ, ਜਿਹੜਾ ਸਦਰਨ ਪੰਜਾਬ ਦਾ, ਇੱਕ ਨਾਰਦਰਨ ਪੰਜਾਬ ਵਿੱਚ ਜਿੱਥੇ ਰਾਵੀ ਦੇ ਕੰਢੇ, ਝੱਲਾਂ ਦੇ ਕੋਲ, ਉੱਥੇ ਜਾਂ ਕਈ ਪਹਾੜਾਂ ਦੇ ਉੱਤੇ ਚੜ ਕੇ। ਸੋ ਇਹ ਜਿਹੜੇ ਛੁਪਣ ਦੇ ਸਥਾਨ ਜਿਹੜੇ ਸਨ ਇਹ ਪੈਦਾ ਹੋ ਗਏ। ਸਿੱਖ ਜਨਰਲੀ ਸਪੀਕਿੰਗ ਆਪਣੀ ਘਰਾਂ ਨੂੰ ਛੋੜ ਕੇ ਇੱਕ ਨਵਾਂ ਕਨਸੈਪਟ ਤਿਆਰ ਹੋਇਆ ਜਿਹਨੂੰ ਵਹੀਰ ਕਿਹਾ ਗਿਆ। ਤੇ ਵਹੀਰ was a system whereby the entire community lived together, so you had your schools, you had your kitchen, you had your army, you had your houses, you had your bedrooms, you had your kitchen, you had your bathrooms, to ਲੈ ਕੇ everything ਤੁਹਾਡਾ ਜਿਹੜਾ ਵਾ ਇੱਕ ਜਗ੍ਹਾ ਇਕੱਠਿਆ। community living ਦਾ concept ਪੈਦਾ ਹੋ ਗਿਆ ਉਹਨਾਂ ਦਿਨਾਂ ਵਿੱਚ, because they realize ਕਿ ਅਗਰ ਕੌਮ ਨੇ ਬਚਣਾ ਹੈ ਤੇ ਹੋਰ ਕੋਈ ਤਰੀਕਾ ਨਹੀਂ ਹੈ। ਤੇ ਇਹ ਵਹੀਰਾਂ ਫਿਰ ਪਹਿਲੇ ਛੋਟੀਆਂ ਤੋਂ ਬਾਅਦ ਵੱਡੀਆਂ ਬਣਨੀਆਂ ਸ਼ੁਰੂ ਹੋ ਗਈਆਂ। 1725 ਦੇ ਕਰੀਬ I'm just giving you a short history up to this point, otherwise you will not be able to relate ਬਾਬਾ ਜੀ ਦਾ ਜੀਵਨ, ਉਹਨਾਂ ਦੇ ਉਸ ਵੇਲੇ ਦੀ ਕੀ ਹਾਲਾਤ ਸਨ ਉਸ ਵੇਲੇ ਪੰਜਾਬ ਦੇ। ਤੇ 1725, 1728, 1724 ਦੇ ਕਰੀਬ ਵਹੀਰਾਂ ਬਣ ਗਈਆਂ। ਵਹੀਰਾਂ ਵਿੱਚ ਸਿੱਖਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਤੇ ਸਿੱਖ ਫੌਜਾਂ ਦੀ ਜਾਂ ਸਿੱਖ ਜਿਹੜੇ ਕਮਾਂਡਰਸ ਦੀ ਜਿਹੜੀ ਬਾਗਡੋਰ ਹੈ ਉਹ ਨਵਾਬ ਕਪੂਰ ਸਿੰਘ ਕੋਲ ਗਈ ਉਸ ਵੇਲੇ। ਨਵਾਬ ਕਪੂਰ ਸਿੰਘ ਲਈ ਮੈਂ ਹੁਣ ਪੂਰੀ ਡਿਟੇਲ 'ਚ ਨਹੀਂ ਜਾਣਾ ਕਿਸ ਤਰ੍ਹਾਂ ਉਹਨਾਂ ਨੂੰ ਨਵਾਬੀ ਦਿੱਤੀ ਗਈ। ਜ਼ਕਰੀਆ ਖਾਨ ਦੇ ਬੰਦੇ ਨੇ ਨਵਾਬੀ ਠੁਕਰਾ ਦਿੱਤੀ ਉਹਨਾਂ ਨੇ।
ਤੇ ਪੰਜ ਸਿੰਘ ਸਾਹਿਬਾਨ ਨੂੰ ਹੁਕਮ ਹੋਇਆ ਕਿ ਆਪਣੇ ਪੈਰਾਂ ਨੂੰ ਇਸ ਨਵਾਬੀ ਨੂੰ ਛੂਓ ਤੇ ਤਾਂ ਅਸੀਂ ਇਹ ਲਵਾਂਗੇ। ਸੋ ਉਹ ਹਿਸਟਰੀ ਅਲੱਗ ਹੈ। ਨਵਾਬ ਕਪੂਰ ਸਿੰਘਾਂ ਦੇ ਥੱਲੇ ਇਸ ਚੀਜ਼ ਨੂੰ ਜਾਰੀ ਰੱਖਿਆ ਗਿਆ। ਉਸ ਤੋਂ ਬਾਅਦ ਕੌਮ ਦੇ ਵੱਡੇ ਮਹਾਨ ਸ਼ਖਸੀਅਤ, ਮੇਰੇ ਖਿਆਲ ਨਾਲ ਸਭ ਤੋਂ ਵੱਡੀ ਸ਼ਖਸੀਅਤ ਜਿਨ੍ਹਾਂ ਦੇ ਉੱਤੇ ਆਈ ਐਮ ਪਲੈਨਿੰਗ ਔਨ ਅਦਰ, ਉਹਨਾਂ ਦੇ ਬਰਥਡੇ ਤੇ ਜਾਂ ਉਹਨਾਂ ਦੇ ਜੋਤੀ ਜੋਤ ਸਮਾਨ ਦੇ ਦਿਨ ਦੇ ਉੱਤੇ ਵੀ 2-3 ਸੈਸ਼ਨ ਰੱਖਾਂਗੇ। ਉਹ ਸਨ ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ। ਇਹ ਉਹਨਾਂ ਦੇ ਥੱਲੇ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਇਹ ਫਿਰ ਨਵਾਬ ਕਪੂਰ ਸਿੰਘਾਂ ਦੇ ਥੱਲੇ ਸ਼ੁਰੂ ਹੋਈ। ਤੇ ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਕਮਾਨ ਜਿਹੜੀ ਹੈ ਆਪਣੇ ਥੱਲੇ ਸੰਭਾਲੀ ਜਿਹੜੀ ਹੈ ਸਿੱਖ ਕੌਮ ਦੀ। ਤੇ ਇਹ ਫਿਰ ਜਦੋਜਹਦ ਚਲਦੀ ਰਹੀ। ਪਹਿਲੇ ਅਬਦੁਲ ਸਮਾਦ ਖਾਨ ਦੇ ਥੱਲੇ, ਫਿਰ ਜ਼ਕਰੀਆ ਖਾਨ ਦੇ ਥੱਲੇ, ਤੇ ਜ਼ਕਰੀਆ ਖਾਨ ਦੇ ਜਾਣ ਤੋਂ ਬਾਅਦ ਫਿਰ if that was not enough of cruelty, God sent somebody else there to kill us, ਤੇ ਅਗਲਾ ਜਿਹੜਾ ਉਹ ਅਸਥਾਨ ਫਿਰ ਮੀਰ ਮਨੂ ਨੂੰ ਮਿਲਿਆ। ਮੀਰ ਮਨੂ ਦਾ ਆਇਆ। ਮੀਰ ਮਨੂ ਨੇ ਆ ਕੇ ਉਹ ਜ਼ੁਲਮ ਕੀਤੇ ਪੰਜਾਬ ਤੇ ਉਹ ਜ਼ੁਲਮ ਸਿੱਖਾਂ ਤੇ ਕੀਤੇ ਜਿਹੜੇ ਕਹਿਣੇ ਤੋਂ ਬਰਦਾਸ਼ਤ ਤੋਂ ਪਰੇ ਹਨ। ਜਿਹੜੇ ਮੀਰ ਮਨੂ ਦੇ ਟਾਈਮ ਮੁਗਲ ਗਵਰਨਮੈਂਟ ਵੀਕ ਹੋ ਗਈ ਬੜੀ ਦਿੱਲੀ ਵਿੱਚ, ਤੇ ਇਸ ਦਾ ਫਾਇਦਾ ਅਫਗਾਨਾਂ ਨੇ ਉਠਾਇਆ ਬੜਾ। ਪਹਿਲੇ ਨਾਦਰ ਸ਼ਾਹ ਦਾ ਹਮਲਾ ਹੋਇਆ 1739 ਵਿੱਚ, ਤੇ ਨਾਦਰ ਸ਼ਾਹ ਨੇ ਜਦੋਂ ਆਇਆ ਹਮਲੇ ਵਿੱਚ, ਨਾਦਰ ਸ਼ਾਹ ਦਾ ਰਾਈਟ ਹੈਂਡ ਜਨਰਲ ਸੀ ਅਹਿਮਦ ਸ਼ਾਹ ਅਬਦਾਲੀ। ਉਸਨੇ ਦੇਖਿਆ ਹਿੰਦੁਸਤਾਨ ਦੀ ਹਾਲਤ, ਤੇ ਨਾਦਰ ਸ਼ਾਹ ਜਦੋਂ ਵਾਪਸ ਗਿਆ ਪੰਜਾਬ ਤੋਂ ਅਫਗਾਨਿਸਤਾਨ, ਤੇ ਸਿੱਖਾਂ ਨੇ ਉਹਦਾ ਬੜਾ ਜ਼ਮਾਨ ਲੁੱਟ ਲਿੱਤਾ। ਬੜੇ ਜਿਹੜੀਆਂ ਧੀਆਂ ਭੈਣਾਂ ਨੂੰ ਜਿਹਨਾਂ ਲੁੱਟ ਕੇ ਅਫਗਾਨ ਲੈ ਜਾਂਦੇ ਸਨ ਉਹਨਾਂ ਨੂੰ ਛੁਡਾ ਲਿੱਤਾ ਸਾਰਾ। ਤੇ ਇਸ ਗੱਲ ਦਾ ਉਸਨੂੰ ਲੱਗਿਆ ਬੜਾ, ਤੇ ਅਬਦਾਲੀ ਨਾਲ ਜ਼ਿਕਰ ਵੀ ਕੀਤਾ ਉਸਨੇ। ਵਾਪਸ ਜਦੋਂ ਈਰਾਨ ਪਹੁੰਚਿਆ ਤੇ ਉਹਦੀ ਆਪਣੀ ਮੌਤ ਹੋ ਗਈ। ਆਪਣੇ ਘਰ ਵਿੱਚ ਬੜੇ ਝੰਜਟ ਸਨ ਉਹਨਾਂ ਦੇ। ਅਬਦਾਲੀ ਨੇ ਕਮਾਨ ਸੰਭਾਲੀ ਅਫਗਾਨਿਸਤਾਨ ਦੀ, ਤੇ ਅਬਦਾਲੀ ਨੇ ਹਿੰਦੁਸਤਾਨ ਤੇ ਹਮਲੇ ਸ਼ੁਰੂ ਕਰ ਦਿੱਤੇ। ਤੇ ਸਡਨਲੀ ਨਾਓ ਦੀ ਸੈਂਟਰ ਆਫ ਪਾਵਰ transferred from Delhi to Kabul. So I just want to give you a synopsis of what's going on in Punjab those days, 1708 ਵਿੱਚ ਕਲਗੀਧਰ ਪਿਤਾ ਦਾ ਸ਼ਰੀਰ ਜਾਣਾ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘਾਂ ਨੇ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਣੀ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘਾਂ ਨੇ ਕਮਾਲ ਸੰਭਾਲਣੀ। ਨਵਾਬ ਕਪੂਰ ਸਿੰਘਾਂ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਦੇ ਥੱਲੇ ਦਲ ਖਾਲਸੇ ਦੀ ਫਾਰਮੇਸ਼ਨ ਹੋਣੀ। ਤੇ ਅਬਦੁਲ ਸਮਾਦ ਖਾਨ, ਜ਼ਕਰੀਆ ਖਾਨ, ਮੀਰ ਮਨੂ ਦੇ ਟਾਈਮ, ਮੀਰ ਮਨੂ ਦੇ ਆਸ-ਪਾਸ ਟਾਈਮ ਵਿੱਚ ਅਫਗਾਨ ਗਵਰਨਮੈਂਟ ਟੇਕਸ ਓਵਰ ਪੰਜਾਬ ਐਂਡ ਪੰਜਾਬ ਬਿਕਮਸ ਅ ਪ੍ਰੋਵਿੰਸ ਆਫ ਅਫਗਾਨਿਸਤਾਨ। ਅਫਗਾਨਿਸਤਾਨ ਦਾ ਪ੍ਰੋਵਿੰਸ ਬਣ ਗਿਆ ਪੰਜਾਬ। ਪਠਾਨਾਂ ਦੇ ਥੱਲੇ ਆ ਗਿਆ, ਮੁਗਲਾਂ ਦਾ ਕੰਟਰੋਲ ਘਟ ਗਿਆ। ਇਹ ਚੱਕਰ ਚਲਦਿਆਂ ਫਿਰ ਬੜੇ ਹਮਲੇ ਹੋਏ ਅਬਦਾਲੀ ਦੇ, ਔਰ ਇੱਕ ਹਮਲੇ ਨੂੰ ਸਿੱਖਾਂ ਨੇ ਜਵਾਬ ਤੜਕ ਦਿੱਤਾ। ਸਿੱਖਾਂ ਦੇ ਦੋ ਵੱਡੇ ਦਲ ਬਣ ਗਏ, ਇੱਕ ਤਰੁਣਾ ਦਲ ਤੇ ਇੱਕ ਬੁੱਢਾ ਦਲ। ਹੁਣ ਵੀ ਨਿਹੰਗਾਂ ਦੇ ਜੱਥੇ ਵਿੱਚ ਦੇਖੋਗੇ ਉੱਤੇ ਲਿਖਿਆ ਹੁੰਦਾ ਥੱਲੇ 96 ਕਰੋੜੀ ਬੁੱਢਾ ਦਲ। ਤੇ ਇਹ ਬੁੱਢਾ ਦਲ ਦਾ ਕਨਸੈਪਟ ਜਿਹੜਾ ਵਾ ਇਹ ਜੱਸਾ ਸਿੰਘ ਆਹਲੂਵਾਲੀਆ ਦੇ ਥੱਲੇ ਨਿਯਮਿਤ ਕੀਤਾ ਗਿਆ ਸਾਰਾ। ਉਹਨਾਂ ਦੀ ਨਿਗਰਾਨੀ ਦੇ ਥੱਲੇ ਸਾਰਾ ਕੁਝ ਹੋਇਆ ਹੈ। ਕੌਮ ਦੇ ਬਹੁਤ ਵੱਡੇ ਜਰਨੈਲ, ਮਹਾਨ ਕੀਰਤਨੀਏ ਔਰ ਸੰਤ ਸਿਪਾਹੀ ਦੇ ਰੂਪ ਵਿੱਚ ਸਿੱਖ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨਾਲ ਉਹਨਾਂ ਦਾ ਜੀਵਨ ਵੀ ਸੁਲਹਣੀ ਅੱਖਰਾਂ ਵਿੱਚ ਬਿਆਨ ਕਰਨਾ ਚਾਹੀਦਾ। ਤੇ ਆਪ ਉਹਨਾਂ ਦਿਨਾਂ ਦੇ ਵਿੱਚ 1761 ਦੇ ਦਸੰਬਰ ਦੇ ਵਿੱਚ ਅਬਦਾਲੀ ਦਾ ਹਮਲਾ ਇੱਕ ਹੋਰ ਹੁੰਦਾ ਹੈ, ਜਿਹਦੇ ਵਿੱਚ ਅਬਦਾਲੀ ਸਿੱਖਾਂ ਨੂੰ ਬਰਬਾਦ ਕਰਨ ਵਾਸਤੇ ਆਂਦਾ ਹੈ। ਤੇ ਉਹਨਾਂ ਦਾ ਮੇਨ ਮਿਸ਼ਨ ਇਸ ਵੇਲੇ ਸਿੱਖਾਂ ਨੂੰ ਖਤਮ ਕਰਨ ਦਾ ਹੈ। ਇੱਥੇ ਇਹ ਫਿਰ ਜਿਹੜੇ ਅਨਫੋਰਚੂਨੇਟਲੀ ਜਿਹੜੇ ਜੰਡਿਆਲੇ ਦੇ ਜਿਹੜੇ ਹਿੰਦੂ ਜਿਹੜੇ ਸਨ, ਜਿਹੜੇ ਉਸ ਵੇਲੇ ਦੇ ਜਿਹੜੇ ਲੀਡਰ ਜਿਹੜੇ ਸਨ, ਉਹਨਾਂ ਨਾਲ ਮਿਲ ਕੇ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਸਿੱਖਾਂ ਦੀ ਜਿਹੜੀ ਸਭ ਤੋਂ ਵੱਡੀ ਵਹੀਰ ਜਿਹੜੀ ਹੈ, ਜਿਸ ਵਹੀਰ ਵਿੱਚ 70 ਤੋਂ 80 ਹਜ਼ਾਰ ਲੱਖ 1 ਲੱਖ ਦੀ ਤਾਦਾਦ ਵਿੱਚ ਬੰਦੇ ਮੌਜੂਦ ਹਨ, ਉਹ ਸਦਨ ਪੰਜਾਬ ਵਿੱਚ ਮਲੇਰਕੋਟਲਾ ਦੇ ਕੋਲ, ਕੁੱਪ ਦੇ ਕੋਲ ਹੈ। ਅਬਦਾਲੀ, ਬਲੀਵ ਮੀ অর ਨਾਟ, 48 ਘੰਟਿਆਂ ਦੇ ਅੰਦਰ ਅੰਮ੍ਰਿਤਸਰ ਤੋਂ ਮਲੇਰਕੋਟਲਾ ਪਹੁੰਚਦਾ ਹੈ। ਸ਼ਬਾਸੀ ਹੈ ਉਹਨੂੰ, ਵੈਸੇ ਬਹੁਤ ਵੱਡਾ ਜਨਰਲ ਸੀ, I mean, ਤੇ ਐਜ਼ ਯੂ ਆਲ ਨੋ ਕਿ ਵੱਡੇ ਘੱਲੂਘਾਰੇ ਵਿੱਚ ਅੱਧੀ ਕੌਮ ਸ਼ਹੀਦ ਹੁੰਦੀ ਹੈ। ਉਹਦੇ ਵਿੱਚ ਜ਼ਿਆਦਾਤਰ ਜਾਨਾਂ ਜਿਹੜੀਆਂ ਹਨ ਉਹ ਬੱਚਿਆਂ ਦੀਆਂ ਤੇ ਬੁੱਢੀਆਂ ਦੀਆਂ ਜਾਂਦੀਆਂ ਹਨ। So I'm going to take you, so this is the history of Punjab from
a synopsis of the history of Punjab from the time of ਮਹਾਰਾਜ ਦੇ ਜਾਣ ਤੋਂ ਬਾਅਦ ਨਾਂਦੇੜ ਤੋਂ ਲੈ ਕੇ ਤੇ 1761 ਦੇ ਵਿਚਕਾਰ I'm going to stop here for a second though and see if anybody has any questions so far or ਕੋਈ facts ਕੋਈ miss up ਹੋ ਗਏ ਹੋਣ ਜਾਂ mixed up ਹੋ ਗਏ ਹੋਣ ਤੇ I can repeat those again, because otherwise you will not be able to relate to Akali Phula Singh ਦੀ life, because ਉਹਨਾਂ ਦਾ ਜਨਮ ਜਿਹੜਾ ਵੈ ਉਹ ਵੱਡੇ ਘੱਲੂਘਾਰੇ ਤੋਂ 1 ਸਾਲ ਪਹਿਲੇ ਹੋਇਆ 1 ਸਾਲ ਦੀ ਉਮਰ ਸੀ ਜਦੋਂ ਵੱਡਾ ਘੱਲੂਘਾਰਾ 17 ਫੈਬਰੂਰੀ 1762 ਵਿੱਚ ਵੱਡਾ ਘੱਲੂਘਾਰਾ ਹੋਇਆ ਤੇ ਉਹਨਾਂ ਦਾ ਜਨਮ ਜਨਵਰੀ 1761 ਵਿੱਚ ਹੈ ਹਾਂਜੀ any questions so far ji or anything that was unclear or something ਵੀਰ ਜੀ ਬਸ ਇਹ ਪਤਾ ਕਰਨਾ ਸੀ ਕਿ ਮੁਗਲਸ ਅਫਗਾਨਸ ਐਂਡ ਪਰਸ਼ੀਅਨਸ ਸੋ ਮੁਗਲਸ ਜੇ ਆਪਾਂ ਕਰੰਟਲੀ ਦੇਖੀਏ ਤੇ which part of the world would you say ਅਫਗਾਨਿਸਤਾਨ ਤੇ ਸਾਨੂੰ ਪਤਾ ਹੀ ਹੈ ਤੇ ਅਬਦਾਲੀ ਹੋ ਗਏ ਪਰਸ਼ੀਆ ਤੋਂ ਨਹੀਂ ਅਬਦਾਲੀ was from Afghanistan. So Afghanistan as a nation did not exist at that time, Virji, just to make sure we understand that part. It was the western part of Afghanistan was a part of the Iranian Empire. Eastern part of Afghanistan, which included Kandahar, Kabul, Hazara, Dera Ghazi Khan, Baluchistan ਦਾ ਸਾਰਾ ਇਲਾਕਾ ਇਹ ਸਾਰਾ ਇਲਾਕਾ ਮੁਗਲਾਂ ਦੇ ਥੱਲੇ ਸੀ ਸੋ ਦਿੱਲੀ ਯੂਜ਼ਡ ਟੂ ਕੰਟਰੋਲ ਔਰੰਗਜ਼ੇਬ ਦੇ ਰਾਜ ਵਿੱਚ ਕੰਦਹਾਰ ਕਾਬੁਲ ਦਾ ਰਾਜ ਜਿਹੜਾ ਵੈ ਉਹ ਦਿੱਲੀ ਤੋਂ ਚੱਲਦਾ ਸੀ ਸਾਰਾ ਸੋ ਅਫਗਾਨਿਸਤਾਨ ਐਜ਼ ਅ ਨੇਸ਼ਨ ਡਿਡ ਨਾਟ ਐਗਜ਼ਿਸਟ until the arrival of Abdali. So sorry to interrupt you, but I just want to make sure we all understand that. So when what's his name? ਜਦੋਂ ਨਾਦਰ ਸ਼ਾਹ ਜਦੋਂ ਦਿੱਲੀ ਆਇਆ ਜਦੋਂ ਹਮਲਾ ਹੋਇਆ ਨਾਦਰ ਸ਼ਾਹ ਦਾ ਉਹ ਈਰਾਨ ਤੋਂ ਸੀ ਆਪ ਪਰ ਕਿਉਂਕਿ ਅਫਗਾਨਿਸਤਾਨ ਦੇ ਜਿਹੜੇ ਵੈਸਟਰਨ ਪ੍ਰੋਵਿੰਸਸ ਹੈਰਾਤ ਵਗੈਰਾ ਉਹ ਸਾਰੇ ਪ੍ਰੋਵਿੰਸਸ ਜਿਹੜੀਆਂ ਈਰਾਨ ਦੇ ਥੱਲੇ ਸਨ ਤੋ ਈਰਾਨ ਦੇ ਅਫਗਾਨਿਸਤਾਨ ਦੇ ਉਸ ਵੇਲੇ ਉਹਨਾਂ ਇਲਾਕਿਆਂ ਦੇ ਜਨਰਲ ਵਿੱਚੋਂ ਅਬਦਾਲੀ ਇੱਕ ਸੀ so I just want to make sure that we are all on the same page ਹਾਂਜੀ now you can continue with what you were saying ਹਾਂਜੀ ਨਹੀਂ just wanted to clarify that the Mughals were like ਜੇ ਆਪਾਂ ਹੁਣ ਸੋਚੀਏ ਤੇ where would the Mughals have come from in the current political ਬੁਖਾਰਾ ਤੋਂ ਵੀਰ ਜੀ ਬੁਖਾਰੇ ਦੇ ਇਲਾਕੇ ਵਿੱਚ ਉਜ਼ਬੇਕਿਸਤਾਨ ਦੇ ਇਲਾਕੇ ਵਿੱਚ ਸਮਰਕੰਦ ਦੇ ਇਲਾਕੇ ਦੇ ਵਿੱਚੋਂ ਸਨ ਬਾਬਰ ਦਾ ਆਣਾ ਉਥੋਂ but then don't forget the ਵੀਰ ਕਿ ਮੁਗਲਸ were there in India for 550 years so 550 ਸਾਲ ਵਿੱਚ mixed up ਹੋ ਗਿਆ ਸਾਰਾ blood so they married there also and everything so 500 ਸਾਲ ਬਹੁਤ ਵੱਡਾ ਟਾਈਮ ਹੁੰਦਾ ਵੀਰ ਜੀ so Mughals became as Indian as me and you are after so many years then you're living there then you adopt the culture a little bit and ਥੋੜੀਆਂ ਵਿਆਹ ਸ਼ਾਦੀਆਂ ਵੀ ਹੋ ਜਾਂਦੀਆਂ ਉਹਨਾਂ ਨਾਲ so Mughals originally were from Samarkand Balakh Bukhara ਦੇ ਇਲਾਕੇ ਤੋਂ if that is your question yeah thank you no problem any other questions or before we move on 1761 ਵਿੱਚ ਉਹਨਾਂ ਦਿਨਾਂ ਵਿੱਚ ਜਦੋਂ ਅਬਦਾਲੀ ਦੇ ਹਮਲੇ ਹੋ ਰਹੇ ਸਨ ਉਹਨਾਂ ਦਿਨਾਂ ਵਿੱਚ ਜਦੋਂ ਸਿੱਖ ਪਾਪੂਲੇਸ਼ਨ ਜਿਹੜੀਆਂ ਵਹੀਰਾਂ ਵਿੱਚ ਰਹਿੰਦੀ ਸੀ ਜਦੋਂ so southern Punjab was little more difficult in area to get to because Maruthal ਸੀ ਬੜਾ ਮਨੇ ਥੋੜਾ ਜਿਹਾ ਮਨੇ ਰੇਗਿਸਤਾਨ ਦਾ ਇਲਾਕਾ ਸੀ little safer for the Sikhs though so some Sikh families do used to live in villages but ਕਿਉਂਕਿ ਸੰਗਰੂਰ ਵਗੈਰਾ ਸਦਨ ਪੰਜਾਬ ਦੇ ਇਲਾਕੇ ਜਿਹੜੇ ਹਨ ਜਿਹੜੇ ਥੋੜੇ ਪਿਛੜੇ ਇਲਾਕੇ ਸਨ ਉਸ ਵੇਲੇ ਉਹਨਾਂ ਦਿਨਾਂ ਵਿੱਚ ਬਹੁਤਾ ਖਿਆਲ ਮੁਗਲਾਂ ਦਾ ਉਸ ਪਾਸੇ ਜਾਂਦਾ ਨਹੀਂ ਸੀ ਅਫਗਾਨਾਂ ਦਾ ਇਹਨਾਂ ਦੇ ਡੈਡ ਦਾ ਨਾਮ ਸੰਤ ਬਾਬਾ ਈਸ਼ਰ ਸਿੰਘ ਹੋਰੀ ਸੀ ਸਰਦਾਰ ਈਸ਼ਰ ਸਿੰਘ ਹੋਰੀ ਸੀ ਬਹੁਤ ਵੱਡੇ ਪਹੁੰਚੇ ਹੋਏ ਸਨ ਸਿਪਾਹੀ ਸਨ ਆਪ ਤੇ ਬਿਲੀਵ ਕਰੋ ਨਾ ਕਰੋ 1762 ਫੈਬਰੂਰੀ 1762 ਵਿੱਚ ਵੱਡੇ ਘੱਲੂਘਾਰੇ ਵਿੱਚ ਆਪ ਉਹਨਾਂ ਦੀ ਫੈਮਿਲੀ ਤੇ ਆਪ ਇਹ ਵੀ ਵੱਡੇ ਘੱਲੂਘਾਰੇ ਵਿੱਚ ਸਨ ਤੇ ਵੱਡੇ ਘੱਲੂਘਾਰੇ ਵਿੱਚ ਇਹਨਾਂ ਦੀ ਸ਼ਹੀਦੀ ਹੋਈ ਇਹਨਾਂ ਦੇ ਡੈਡ ਦੀ ਵੱਡੇ ਘੱਲੂਘਾਰੇ ਵਿੱਚ ਇਹਨਾਂ ਦੀ ਬੜੀ ਸੱਟਾਂ ਬੜੀਆਂ ਲੱਗੀਆਂ ਬੜਾ ਯੁੱਧ ਜਿਹੜਾ ਵਾ ਇਹਨਾਂ ਨੇ ਜੰਮ ਕੇ ਕੀਤਾ ਉਹਨਾਂ ਨੇ ਕੁੱਪ ਵਿੱਚ ਮੈਦਾਨ ਵਿੱਚ ਇਹਨਾਂ ਦੇ ਫਾਦਰ ਨੇ ਤੇ ਲੇਕਿਨ ਜਦੋਂ ਵਾਪਸ ਆਏ ਜਦੋਂ ਆਪਣੇ ਵਿਲੇਜ ਵਿੱਚ ਤੇ ਸੱਟਾਂ ਇੰਨੀਆਂ ਜ਼ਿਆਦਾ ਸਟਰੋਂਗਲੀ ਲੱਗੀਆਂ ਹੋਈਆਂ ਸਨ ਕਿ ਹੀ ਕੁਡ ਨਾਟ ਸਰਵਾਈਵ ਮੋਰ ਦੈਨ ਅ ਮੰਥ অর 2 so
Dad passed away in a very early age. By the way, ਸਿੱਖ ਇਤਿਹਾਸਕਾਰਾਂ ਨੇ ਜਿਹੜੇ ਪੁਰਾਤਨ ਮਿਲਦਾ ਹੈ ਕਿ ਨਾ ਇਹਨਾਂ ਦਾ ਫੁੱਲਾ ਇਸ ਵਾਸਤੇ ਪਿਆ ਕਿਉਂਕਿ ਇਹਨਾਂ ਦਾ ਚਿਹਰਾ ਬਹੁਤ ਖੂਬਸੂਰਤ ਸੀ, ਫੁੱਲ ਵਰਗਾ ਖੂਬਸੂਰਤ ਸੀ, ਤੇ ਇਹਨਾਂ ਦੇ ਡੈਡ ਨੇ ਨਾਂ ਫੁੱਲਾ ਰੱਖਿਆ, ਨਾ ਇਹਨਾਂ ਦਾ ਫੁੱਲ ਦੀ ਖੂਬਸੂਰਤੀ ਦੇ ਉੱਤੇ, just to make sure that we all know ਕਿ ਨਾਂ ਕਿਉਂ ਫੂਲਾ ਸਿੰਘ ਪਿਆ ਇਹਨਾਂ ਦਾ। ਫੂਲਾ ਵੀਰ ਜੀ ਇੱਥੇ ਬੈਠੇ ਹੋਏ ਨੇ, ਸੋ you should be proud ਵੀਰ ਜੀ, ਤੁਹਾਡਾ ਵੀ ਨਾਮ ਸੇਮ ਹੈ। ਇਹ ਕੋਈ ਵੱਡੀ ਛੋਟੀ ਮੋਟੀ ਗੱਲ ਨਹੀਂ ਹੈ, ਇਸ ਮਹਾਨ ਯੋਧੇ ਦੇ ਨਾਂ ਤੇ ਕਿਸੇ ਦਾ ਨਾਂ ਹੋਣਾ। ਮੌਮ ਦਾ ਨਾਮ ਹਰ ਕੌਰ ਸੀ, ਜਾਂ ਕਈਆਂ ਨੇ ਹਰੀ ਲਿਖਿਆ, ਕਈਆਂ ਨੇ ਹਰ ਲਿਖਿਆ ਨਾਮ। ਅਨਫੋਰਚੂਨੇਟਲੀ ਵਿਦਿਨ 2 to 3 years ਇਹਨਾਂ ਦੇ ਮਦਰ ਵੀ ਪਾਸ ਆਊਟ ਹੋ ਗਏ ਇਹਨਾਂ ਦੇ, ਉਹ ਵੀ ਚਲੇ ਗਏ। ਉੱਤੇ ਕਿਧਰੇ ਘਰ ਤੋਂ ਥੱਲੇ ਸੀੜੀਆਂ ਉਤਰਦੇ ਪਏ ਸਨ। ਦੈਟਸ ਵਾਟ ਵੀ ਅੰਡਰਸਟੈਂਡ ਫਰਮ ਆਲ ਦ ਬੁੱਕਸ ਦੈਟ ਆਈ ਰੈਡ, ਦੋ she slipped somehow and her head ਜਿਹੜਾ ਵਾ ਉਹਨਾਂ ਦਾ ਜ਼ਮੀਨ ਤੇ ਇਸ ਤਰ੍ਹਾਂ ਲੱਗਿਆ ਕਿ ਉਹ ਬਚਾਵ ਨਹੀਂ ਹੋ ਸਕਿਆ ਉਹਨਾਂ ਦਾ। ਤੇ ਇਹਨਾਂ ਦੇ ਛੋਟੇ ਭਰਾ ਵੀ ਸਨ, ਸੰਤ ਬਾਬਾ ਸੰਤ ਸਿੰਘ ਹੋਰੀ, ਉਹਨਾਂ ਦੇ ਇਤਿਹਾਸ ਵੀ ਕੋਈ ਬਹੁਤਾ ਮਿਲਦਾ ਨਹੀਂ, ਉਹਨਾਂ ਦਾ ਲਿਖਿਆ ਹੋਇਆ ਇਤਿਹਾਸ ਜਿਹੜਾ ਬਹੁਤ ਜ਼ਿਆਦਾ। ਤੇ ਇਹਨਾਂ ਦੀ ਕੇਅਰ ਟੇਕਰ ਜਿਹੜੀ ਹੈ ਫਿਰ ਬਾਬਾ ਨਾਰਾਇਣ ਸਿੰਘ ਹੋਰੀ, ਜਿਹੜੇ ਸ਼ਹੀਦੀ ਮਿਸਲ ਤੋਂ ਸਨ, ਬਾਬਾ ਦੀਪ ਸਿੰਘ ਹੋਰਾਂ ਦੀ ਮਿਸਲ ਸਨ। ਸੰਤ ਬਾਬਾ ਨਾਰਾਇਣ ਸਿੰਘ ਹੋਰਾਂ ਦੇ ਨਿਗਰਾਨੀ ਦੇ ਥੱਲੇ ਫੂਲਾ ਸਿੰਘ ਹੋਰਾਂ ਦੀ ਐਜੂਕੇਸ਼ਨ ਸ਼ੁਰੂ ਹੋਈ। ਉਹਨਾਂ ਨੂੰ ਇਸ ਪਿੰਡ ਤੋਂ, ਸੀਹਾਂ ਪਿੰਡ ਤੋਂ ਲੈ ਕੇ ਤਰਨਤਾਰਨ ਸਾਹਿਬ ਚਲੇ ਗਏ, ਤੇ ਤਰਨਤਾਰਨ ਸਾਹਿਬ ਵਿੱਚ ਉਹਨਾਂ ਦੇ ਜਿਹੜੇ ਸ਼ਹੀਦੀ ਮਿਸਲ ਦੇ ਜਿਹੜੇ ਬੁੰਗੇ ਜਿਹੜੇ ਸਨ, ਉਹਨਾਂ ਵਿੱਚ ਇਹਨਾਂ ਦੀ ਪਰਵਰਿਸ਼ ਸ਼ੁਰੂ ਹੁੰਦੀ ਹੈ। ਇੱਕ ਗੱਲ ਦਾ ਧਿਆਨ ਰਵੇ, ਅੱਜ ਕੱਲ ਇਹ ਬੜਾ ਕਾਮਨ ਹੈ ਕਿ ਜਿਹੜੇ ਬਹੁਤੇ ਪੜ੍ਹ ਲਿਖ ਜਾਂਦੇ ਹਨ, ਜਿਹੜੇ ਬਹੁਤ ਐਜੂਕੇਟਡ ਹੋ ਜਾਂਦੇ ਹਨ, ਜਿਹੜੇ ਉਹ somehow they feel ਕਿ they are above ਗੁਰਬਾਣੀ, or they are above Sikh history, or they are above ਕੀਰਤਨ, or they are above ਕਥਾ। they think that we are too well educated, polished ਹੋ ਗਏ ਅਸੀਂ, ਤਾਂ ਸਾਨੂੰ ਇਹ ਸਭ ਚੀਜ਼ਾਂ ਦੀ ਲੋੜ ਨਹੀਂ। ਸਾਨੂੰ, ਤੁਸੀਂ ਹੈਰਾਨ ਰਹਿ ਜਾਓਗੇ ਕਿ ਅਕਾਲੀ ਬਾਬਾ ਫੂਲਾ ਸਿੰਘ ਹੋਰੇ ਵਰਗਾ ਆਲਮ ਨਹੀਂ ਸੀ ਉਸ ਵੇਲੇ ਕੋਈ। ਉਹਨਾਂ ਦੀ ਫਾਰਸੀ ਫਲੂਐਂਟ ਸੀ, ਸੰਸਕ੍ਰਿਤ ਤੋਂ ਜਾਣੂ ਸਨ। ਹੁਣ ਜਿਹੜਾ ਮੈਂ ਕਹਾਂਗਾ ਤੁਸੀਂ ਹੈਰਾਨ ਰਹਿ ਜਾਓਗੇ, 20 ਸਾਲ ਦੀ ਉਮਰ ਤੱਕ ਉਹਨਾਂ ਦੀ ਇੰਗਲਿਸ਼ ਵੀ ਫਲੂਐਂਟ ਸੀ ਉਹਨਾਂ ਦੀ। ਹੀ ਕੁਡ ਸਪੀਕ ਫਲੂਐਂਟ ਇੰਗਲਿਸ਼, ਕਿਉਂਕਿ ਮਹਾਰਾਜੇ ਦੇ ਦਰਬਾਰ ਵਿੱਚ ਮਟਕਾਫ ਤੇ ਆਉਣ ਤੋਂ ਬਾਅਦ ਸਪੈਸ਼ਲੀ ਉਹਨਾਂ ਨੇ ਅੰਗਰੇਜ਼ੀ ਵੀ ਸਿੱਖੀ, ਤੇ ਅੰਗਰੇਜ਼ੀ ਵਿੱਚ he could converse easily in English, there was no issue at all. I don't know whether he wrote anything in English or not, that I don't know. ਇਤਿਹਾਸਕਾਰਾਂ ਨੇ ਇਸ ਬਾਰੇ ਲਿਖਿਆ ਨਹੀਂ ਕੁਝ, ਪਰ ਇਹ ਗੱਲ ਜ਼ਰੂਰ ਮਿਲਦੀ ਹੈ ਕਿ he could converse in English with no issues at all. Fluent ਸੀ ਉਹਨਾਂ ਦੀ ਇੰਗਲਿਸ਼ ਆਪਣੀ, ਪੜ੍ਹੇ ਲਿਖੇ ਸਨ ਆਪ ਬਹੁਤ, ਵੇਦਾਂ ਦੇ ਜਾਣਕਾਰੀ ਸਨ, ਉਹ ਵੀ ਵਿਦਿਆ ਪ੍ਰਾਪਤ ਕੀਤੀ। ਗੁਰਬਾਣੀ ਬਾਰੇ ਗੁਰਮਤੀ ਸੰਥਿਆ ਜਿਹੜੀ ਹੈ, ਸੰਤ ਬਾਬਾ ਨਾਰਾਇਣ ਸਿੰਘ ਨੂੰ ਆਪ ਸੰਥਿਆ ਲਿੱਤੀ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਫਿਰ ਦਸਮ ਗ੍ਰੰਥ ਦੀ ਸੰਥਿਆ ਵੀ ਲਿੱਤੀ ਉਹਨਾਂ ਨੇ ਸਾਰੀ। ਬਹੁਤ ਆਲਮ ਤੇ ਫਾਜ਼ਲ ਪੜ੍ਹੇ ਲਿਖੇ, ਗ੍ਰੰਥ ਉਤਾਰਾ ਕਰਨ ਵਾਲੇ, ਰੋਜ਼ ਕਥਾ ਵਿਚਾਰ ਕਰਨ ਵਾਲੇ, ਕੀਰਤਨ ਕਰਨ ਵਾਲੇ, ਇਹੋ ਜਿਹੇ ਸੰਤ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਨਾਲ ਇਹੋ ਜਿਹੀਆਂ ਪ੍ਰਾਪਤੀਆਂ ਹੁੰਦੀਆਂ ਹਨ। ਤੇ ਉਹਨਾਂ ਦੀ ਮਾਂ ਜ਼ਰੂਰ ਅਰਦਾਸ ਕਰਿਆ ਕਰਦੀ ਸੀ ਕਿ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਤੇ ਤੁਹਾਡੇ ਦਾਦਾ ਜੀ ਨੇ ਸ਼ਹੀਦੀਆਂ ਦਿੱਤੀਆਂ ਹਨ, ਤੁਸੀਂ ਵੀ ਪੰਥ ਦੀ ਵੱਡੀ ਸੇਵਾ ਕਰੋ, ਤੇ ਪੰਥ ਦੀ ਵੱਡੀ ਸੇਵਾ ਕਰਕੇ ਨਾਮ ਕਮਾਓ ਆਪਣਾ। ਤੇ ਉਹ ਫਿਰ ਅਗਲੇ ਜਿਹੜੇ ਤੁਹਾਨੂੰ ਕਾਰਨਾਮੇ ਨਜ਼ਰ ਆਣਗੇ, ਬਾਬਾ ਸੰਤ ਬਾਬਾ ਅਕਾਲੀ ਫੂਲਾ ਸਿੰਘ ਨੇ, ਤੁਹਾਨੂੰ ਪਤਾ ਲੱਗ ਜਾਏਗਾ ਕਿਹੋ ਜਿਹੀ ਸ਼ਖਸੀਅਤ ਦੇ ਮਾਲਕ ਸਨ ਆਪ। ਡਰ ਨਾਂ ਦੀ ਚੀਜ਼ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਸੀ ਕੋਈ, ਔਰ ਇਤਨਾ ਮਾਨ ਇੱਜ਼ਤ ਸੰਗਤਾਂ ਕਰਦੀਆਂ ਸਨ ਜਿਹਦਾ ਕੋਈ ਅੰਦਾਜ਼ਾ ਤੁਸੀਂ ਲਗਾ ਨਹੀਂ ਸਕਦੇ, ਕੋਈ ਤੁਹਾਡੇ ਜ਼ਿਹਨ ਤੋਂ ਪਰੇ ਹੈ ਜਿਤਨਾ ਇੱਜ਼ਤ ਮਾਨ ਉਹਨਾਂ ਦਾ ਸੀ ਸਿੱਖ ਸੰਗਤਾਂ ਦੇ ਹਿਰਦੇ ਵਿੱਚ। ਤੇ ਪਰਵਰਿਸ਼ ਉਹਨਾਂ ਦੀ ਤਰਨਤਾਰਨ ਜ਼ਿਆਦਾ ਰਹਿੰਦੇ ਹਨ। ਹੁਣ ਵੀ ਤਰਨਤਾਰਨ ਸਾਹਿਬ ਅਗਰ ਦਰਸ਼ਨ ਕਰਨ ਕਦੀ ਜਾਓ, ਅਗਰ ਤੇ ਅੰਮ੍ਰਿਤਸਰ ਸਾਹਿਬ ਜਾਓ, ਤਰਨਤਾਰਨ ਦਰਸ਼ਨ ਕਰੋ, ਤੇ ਤਰਨਤਾਰਨ ਦੇ ਜਿਹੜੇ ਅਗਰ ਜਦੋਂ ਤੁਸੀਂ ਪਰਿਕਰਮਾ ਕਰਦੇ ਹੋ ਉਸ ਵੱਡੇ ਸਰੋਵਰ ਦੀ, ਤੇ ਵੱਡੇ ਸਰੋਵਰ ਦਾ ਜਿਹੜਾ ਰਾਈਟ ਹੈਂਡ ਸਾਈਡ ਵਾਲਾ ਜਿਹੜਾ ਪੋਰਸ਼ਨ ਜਿਹੜਾ ਵਾ, ਉਹ ਸਰੋਵਰ ਦੇ ਠੀਕ ਪਿੱਛੇ ਉਹਨਾਂ ਦਾ ਬੁੰਗਾ ਹਾਲੇ ਵੀ ਮੌਜੂਦ ਹੈ। ਉੱਥੇ ਬਹੁਤ ਵੱਡਾ ਨਿਸ਼ਾਨ ਲੱਗਿਆ ਹੋਇਆ, ਅਕਾਲੀ ਬਾਬਾ ਫੂਲਾ ਸਿੰਘ ਬੁੰਗਾ ਤਰਨਤਾਰਨ। ਉੱਥੇ ਬੜਾ ਟਾਈਮ ਬਿਤਾਇਆ ਉਹਨਾਂ ਨੇ, ਉਹ ਬਚਪਨ ਸਾਰਾ ਉੱਥੇ ਬੀਤਿਆ ਉਹਨਾਂ ਦਾ। ਤੇ ਉਹਨਾਂ ਦੀ ਵੈਪਨਸ ਦੀ ਟ੍ਰੇਨਿੰਗ ਜਿਹੜੀ ਹੈ, ਉਹਨਾਂ ਦੀ ਜਦੋਂ 13-14 ਸਾਲ ਦੀ, ਜਦੋਂ ਪਹਿਲੇ ਸਾਰੀ ਸੰਥਿਆ ਜਿਹੜੀ ਕਰਾਉਣ ਤੋਂ ਬਾਅਦ ਉਹਨਾਂ ਦੀ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਅਨੰਦਪੁਰ ਸਾਹਿਬ ਸ਼ੁਰੂ ਹੁੰਦੀ ਹੈ। ਅਨੰਦਪੁਰ ਸਾਹਿਬ ਭੇਜਿਆ ਜਾਂਦਾ ਹੈ, ਪੰਡਿਤ ਨਾਰਾਇਣ ਸਿੰਘ ਹੋਰੀ ਭੇਜਦੇ ਨੇ ਉਹਨਾਂ ਨੂੰ।
ਬਾਬਾ ਨਾਰਾਇਣ ਸਿੰਘ ਹੋਰੀ ਆਪ ਬਹੁਤ ਵੱਡੇ ਸੰਤ ਸਿਪਾਹੀ ਸਨ। ਉਹ ਉਹਨਾਂ ਦਿਨਾਂ ਵਿੱਚ ਇਹ ਬੜਾ ਕਾਮਨ ਹੁੰਦਾ ਸੀ ਸਿੱਖ ਪਰਿਵਾਰਾਂ ਵਿੱਚ ਕਿ ਬੱਚੇ ਨੂੰ ਅੱਛੀ ਤੋਂ ਅੱਛੀ ਸਿੱਖਿਆ ਦੇਣੀ ਹੈ, ਤੁਸੀਂ ਗੁਰਬਾਣੀ ਵਿੱਚ ਸੰਥਿਆ ਦੇਣੀ ਹੈ, ਦਸਮ ਬਾਣੀ ਦੀ ਸੰਥਿਆ ਦੇਣੀ ਹੈ, ਸੰਸਕ੍ਰਿਤ ਫਾਰਸੀ ਦੀ ਸੰਥਿਆ ਦੇ ਪੜ੍ਹਾਈ ਕਰਾਣੀ ਹੈ, ਤੇ ਨਾਲ ਸ਼ਸਤਰ ਵਿਦਿਆ ਤੇ ਨਾਲ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਪੂਰੀ ਨਾਲ ਦੇਣੀ ਹੈ। ਇਹ ਉਹਨਾਂ ਦਿਨਾਂ ਵਿੱਚ ਕਾਮਨ ਸੀ। ਅੱਜ ਕੱਲ ਹੁਣ ਨਹੀਂ ਰਿਹਾ, ਅੱਜ ਕੱਲ ਸਰਕਾਰਾਂ ਵੀ ਨਹੀਂ ਮੰਨਦੀਆਂ ਸ਼ਸਤਰ ਵਿਦਿਆ ਦੀ ਦੇਣ ਨੂੰ। ਅੱਜ ਕੱਲ ਹੁਣ ਕ੍ਰਾਈਮ ਮੰਨਿਆ ਜਾ ਰਿਹਾ ਹੈ, ਦਿਸ ਇਜ਼ ਅਨਫੋਰਚੂਨੇਟ ਹੈ। ਨਹੀਂ ਹਿਸਟਰੀ ਪਤਾ ਸਾਡੀ ਉਹਨਾਂ ਨੂੰ। ਸੋ ਇਹ ਲੇਕਿਨ ਉਹਨਾਂ ਦਿਨਾਂ ਵਿੱਚ ਇਹ ਬਹੁਤ ਕਾਮਨ ਸੀ, ਦੋਨੋਂ ਚੀਜ਼ਾਂ ਦੇ ਨਾਲ ਨਾਲ ਚੱਲਣਾ। ਜਿਹਨਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ, ਉਹਨਾਂ ਦੀ ਵੀ ਉਹ ਕੀਰਤਨ ਤੇ ਸ਼ੁਰੂ ਤੋਂ ਕਰਦੇ ਸਨ, ਸੰਥਿਆ ਉਹਨਾਂ ਨੇ ਵੀ ਪ੍ਰਾਪਤ ਕੀਤੀ ਸੀ ਬੜੀ। ਇਸ ਪਾਸੇ ਬੜਾ ਝੁਕਾਅ ਸੀ ਕੀਰਤਨ ਵਾਲੇ ਪਾਸੇ। ਫਿਰ ਅੱਗੇ ਜਾ ਕੇ ਨਵਾਬ ਕਪੂਰ ਸਿੰਘਾਂ ਦੀ ਨਿਗਰਾਨੀ ਦੇ ਥੱਲੇ ਸ਼ਸਤਰ ਵਿਦਿਆ ਦੀ ਪ੍ਰਾਪਤੀ ਉਹਨਾਂ ਨੂੰ ਬਾਅਦ ਵਿੱਚ ਹੋਈ ਜਾ ਕੇ। ਤੇ ਇਹ ਫਿਰ ਜਦੋਂ ਵੱਡੇ ਹੋਏ, ਜਦੋਂ ਦੀ ਉਮਰ 17-18 ਸਾਲਾਂ ਦੀ ਹੋਈ ਤੇ ਪੰਜਾਬ ਵਿੱਚ ਅਫਗਾਨਾਂ ਦਾ ਆਣਾ ਬੰਦ ਹੋ ਗਿਆ 1767 ਤੋਂ ਬਾਅਦ। ਤੇ 1767 ਜਦੋਂ ਅਬਦਾਲੀ ਦੀ ਡੈਥ ਤੋਂ ਬਾਅਦ ਅਬਦਾਲੀ ਨੇ ਆਣਾ ਜਦੋਂ ਬੰਦ ਕਰ ਦਿੱਤਾ ਤੇ ਸਿੱਖ ਮਿਸਲਾਂ ਦਾ ਰਾਜ ਸ਼ੁਰੂ ਹੋ ਗਿਆ, ਜਿੱਥੇ ਪਹਿਲੇ ਸਿੱਖ ਮਿਸਲਾਂ ਜਿਹੜੀਆਂ ਆਪਸ ਵਿੱਚ ਲੜ ਕੇ ਲੜਦੀਆਂ ਸਨ, ਆਪਸ ਮਿਲ ਕੇ ਦੂਸਰਿਆਂ ਦਾ ਮੁਕਾਬਲਾ ਕਰਦੀਆਂ ਸਨ, ਜਦੋਂ ਆਪਣਾ ਰਾਜ ਆ ਗਿਆ ਤੇ ਮਿਸਲਾਂ ਦੇ ਵਿੱਚ ਵੀ ਆਪਣੇ ਉਹਨਾਂ ਦੇ ਫਰਕ ਜਿਹੜੇ ਹਨ ਉਹ ਆਣੇ ਸ਼ੁਰੂ ਹੋ ਗਏ, ਜੈਲਸੀ ਆਣੀ ਸ਼ੁਰੂ ਹੋ ਗਈ, ਵਿਚ ਇਜ਼ ਆਬਵੀਅਸਲੀ ਕਿਉਂਕਿ ਬਾਹਰਲਾ ਖਤਰਾ ਹੁਣ ਘਟ ਗਿਆ। ਬਿਲਕੁਲ ਬਾਹਰਲਾ ਖਤਰਾ ਘਟਣ ਦੇ ਨਾਲ ਅੰਦਰਲੀਆਂ ਸਟ੍ਰਾਈਫ ਸ਼ੁਰੂ ਹੋ ਗਈਆਂ। ਇਹ ਅੰਦਰਲੀਆਂ ਸਟ੍ਰਾਈਫ ਜਿਹੜੀਆਂ ਹਨ, ਇਹ ਜਦ ਤੱਕ ਜੱਸਾ ਸਿੰਘ ਆਹਲੂਵਾਲੀਆ ਰਹੇ ਤਦ ਤੱਕ ਕੋਈ ਇੰਟਰਨਲ ਸਟ੍ਰਾਈਫ ਨਹੀਂ ਹੋਈ। ਉਹਨਾਂ ਦੀ ਨਿਗਰਾਨੀ ਦੇ ਥੱਲੇ ਸਾਰਾ ਸਿਸਟਮ ਚੱਲਦਾ ਰਿਹਾ। ਪਰ ਉਹਨਾਂ ਦੀ ਜਾਣ ਤੋਂ ਬਾਅਦ, ਹੁਣ ਮੈਨੂੰ ਐਗਜ਼ੈਕਟ ਡੇਟ ਈਅਰ ਮੈਨੂੰ ਨਹੀਂ ਪਤਾ, ਆਈ ਥਿੰਕ 1765 66 67 ਦੇ ਵਿੱਚ ਉਹ ਗਏ ਹੋਣੇ, ਜਾਂ ਉਸ ਤੋਂ ਬਾਅਦ ਗਏ ਹੋਣੇ, अर्ਲੀ 1771 72 ਵਿੱਚ ਉਹਨਾਂ ਦੀ ਡੈਥ ਹੋਈ ਹੋਣੀ ਹੈ। ਉਹਨਾਂ ਦੇ ਜਾਣ ਤੋਂ ਬਾਅਦ ਮਿਸਲਾਂ ਦੇ ਵਿੱਚ ਸਟ੍ਰਾਈਫ ਥੋੜਾ ਸ਼ੁਰੂ ਹੋ ਗਿਆ ਤੇ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਜਿਹੜੇ ਹੈਂਡ ਵੰਡ ਲਿੱਤੇ ਸਾਰੇ। ਲੇਕਿਨ ਅਕਾਲੀ ਬਾਬਾ ਫੂਲਾ ਸਿੰਘ ਹੋਰੀ ਅੰਮ੍ਰਿਤਸਰ ਸੈਟਲ ਹੁੰਦੇ ਹਨ। ਉੱਥੇ ਅਕਾਲੀ ਦੀ ਨਿਹੰਗਾਂ ਦੀ ਛਾਵਣੀ ਦੇ ਵਿੱਚ ਆਪਣਾ ਸਥਾਨ ਹੈ, ਹੁਣ ਵੀ ਹੈ ਉਹਨਾਂ ਦਾ ਬਹੁਤ ਵੱਡਾ ਸਥਾਨ ਹੈ ਅੰਮ੍ਰਿਤਸਰ ਸਾਹਿਬ। ਜਾਓ ਤੇ ਜ਼ਰੂਰ ਦਰਸ਼ਨ ਕਰੋ। ਉੱਥੇ ਸੈਟਲ ਹੁੰਦੇ ਨੇ ਅੰਮ੍ਰਿਤਸਰ ਸਾਹਿਬ ਤੇ ਉਹਨਾਂ ਦਾ ਜੀਵਨ ਜਿਹੜਾ ਹੈ ਉੱਥੇ ਬੀਤਦਾ ਹੈ। ਤੇ ਨਾਲ ਪੰਜਾਬ ਦੀ ਹਾਲਾਤ ਵਿੱਚ ਫਿਰ ਫਰਕ ਪੈਂਦਾ ਹੈ ਤੇ ਅਬਦਾਲੀ ਦਾ ਪੋਤਰਾ, ਅਬਦਾਲੀ ਦਾ ਗ੍ਰੈਂਡਸਨ ਸ਼ਾਹ ਜ਼ਮਾਨ ਇੱਕ ਵਾਰੀ ਦੁਬਾਰਾ ਹਿੰਦੁਸਤਾਨ ਤੇ ਹਮਲੇ ਕਰਨ ਦੀ ਸੋਚਦਾ ਹੈ ਤੇ ਵੱਡੀ ਇੱਕ ਗਾਜ਼ੀਆਂ ਦੀ 1 ਲੱਖ ਤੋਂ ਜ਼ਿਆਦਾ ਆਰਮੀ ਲੈ ਕੇ, ਤੇ ਮੰਨੋਗੇ ਕਿ 1796 ਦੇ ਐਂਡ ਵਿੱਚ ਪੰਜਾਬ ਤੇ ਅਖੀਰਲਾ ਹਮਲਾ ਅਫਗਾਨਾਂ ਦਾ ਹੁੰਦਾ ਹੈ। 1796 ਦੀ ਗੱਲ ਹੈ, ਐਂਡ ਆਫ 1796 ਵਿੱਚ ਸ਼ਾਹ ਜ਼ਮਾਨ ਆਪਣੀਆਂ ਫੌਜਾਂ ਲੈ ਕੇ, ਉਹਨੂੰ ਕੋਈ ਅਪੋਜ਼ ਨਹੀਂ ਕਰਦਾ। ਸਿੱਖ ਸਰਦਾਰ ਦਲ ਖਾਲਸਾ ਦਾ ਫੈਸਲਾ ਇਹ ਹੁੰਦਾ ਹੈ ਕਿ ਇਸ ਫੌਜ ਨਾਲ ਅਸੀਂ ਹੁਣ ਵੀ ਲੜ ਨਹੀਂ ਸਕਦੇ, ਇਹ ਫੌਜ ਬਹੁਤ ਵੱਡੀ ਹੈ, ਲੜਾਂਗੇ ਤੇ ਮੁਸ਼ਕਿਲ ਹੋਏਗੀ, ਇਸ ਨੂੰ ਲਾਹੌਰ ਆਣ ਦਿਓ, ਲਾਹੌਰ ਇਹਨੂੰ ਸੈਟਲ ਹੋਣ ਦਿਓ, ਫਿਰ ਇਹਦੀ ਖਬਰ ਲਵਾਂਗੇ, ਇਹਨੂੰ ਪਹਿਲੇ ਪੰਜਾਬ ਦੇ ਅੰਦਰ ਵੜਨ ਦਿਓ ਅੱਛੀ ਤਰ੍ਹਾਂ ਨੂੰ, ਉੱਥੇ ਹਲੇ ਆਮੋ ਸਾਹਮਣੇ ਫੈਸਲਾ ਨਹੀਂ, ਅਸੀਂ ਨਹੀਂ ਲੜਾਂਗੇ ਇਹਦਾ। ਇਹ ਲਾਹੌਰ ਆਂਦਾ ਹੈ, ਲਾਹੌਰ ਤੇ ਕਬਜ਼ਾ ਇਹਦਾ ਬਗੈਰ ਕਿਸੇ ਦੇ। ਭੰਗੀਆਂ ਦਾ ਕੰਟਰੋਲ ਸੀ, ਭੰਗੀ ਮਿਸਲਾਂ ਦਾ ਕੰਟਰੋਲ ਸੀ ਲਾਹੌਰ ਵਿੱਚ। ਉਹ ਲੋਕ ਅਨਅਪੋਜ਼ਡ ਭੰਗੀ ਚਲੇ ਜਾਂਦੇ ਹਨ ਉੱਥੋਂ, ਇਹਦਾ ਲਾਹੌਰ ਤੇ ਕਬਜ਼ਾ ਹੋ ਜਾਂਦਾ ਹੈ। ਇਸ ਨੂੰ ਬੜਾ ਗੁੱਸਾ ਸੀ ਕਿ ਮੇਰੇ ਦਾਦੇ ਨੂੰ ਇਥੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ ਤੇ ਇਸ ਨੇ ਅੰਮ੍ਰਿਤਸਰ ਜਾਣ ਦੀ ਫੈਸਲਾ ਕੀਤਾ ਕਿ ਅੰਮ੍ਰਿਤਸਰ ਤੇ ਪਹਿਲੇ ਕਬਜ਼ਾ ਕਰਨਾ ਹੈ ਤੇ ਦਰਬਾਰ ਸਾਹਿਬ ਨੂੰ ਦੁਬਾਰਾ, ਜਿਸ ਤਰ੍ਹਾਂ ਪਹਿਲੇ ਮੇਰਾ ਦਾਦਾ ਬਰੂਦ ਨਾਲ ਮਿਟਾਉਂਦਾ ਸੀ, ਮੈਂ ਵੀ ਜਾ ਕੇ ਇਹ ਕੰਮ ਦੁਬਾਰਾ ਕਰਾਂ। ਇਹ ਖਬਰ ਅਕਾਲੀ ਬਾਬਾ ਫੂਲਾ ਸਿੰਘਾਂ ਨੂੰ ਅੰਮ੍ਰਿਤਸਰ ਪਹੁੰਚਦੀ ਹੈ। ਆਪਣੀ ਛਾਵਣੀ ਵਿੱਚ ਸਨ ਜਦੋਂ ਇਹ ਖਬਰ ਪਹੁੰਚਦੀ ਹੈ ਕਿ ਅਫਗਾਨ ਦੀ 2000 ਅਫਗਾਨ ਜਿਹੜੇ ਹਨ ਸ਼ਾਹ ਜ਼ਮਾਨ ਦੇ ਥੱਲੇ ਆ ਕੇ ਤੇ ਇਹ ਅੰਮ੍ਰਿਤਸਰ ਵੱਲ ਆ ਰਹੇ ਹਨ। ਇਹ ਅਕਾਲੀ, ਹੁਣ ਜਿਹੜਾ ਹਿਸਟੋਰੀਅਨਸ ਕਹਿੰਦੇ ਹਨ ਕਿ ਅੰਮ੍ਰਿਤਸਰ ਦੀ ਜਿਓਗ੍ਰਾਫੀ ਤੋਂ ਜਾਣੂ ਹਨ ਜਿਹੜੇ ਜ਼ਿਆਦਾ, ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਥੇ ਐਸਟੈਬਲਿਸ਼, ਜਿੱਥੇ ਫਿਜ਼ੀਕਲ ਜਗ੍ਹਾ ਤੇ ਜਿੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਉਸ ਜਗ੍ਹਾ ਦੇ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਤੇ ਇਹਨਾਂ ਦੇ 2000 ਤੋਂ 1200 ਨਿਹੰਗ ਹੋਣੇ, ਜਿਹੜੇ ਸੋਲਜਰ ਜਿਹੜੇ ਹਨ, ਜਿਹੜੇ ਘੋੜਸਵਾਰ ਤੇ ਮਰਜੀਵੜੇ ਜਿਹੜੇ ਸੋਲਜਰ ਜਿਹੜੇ ਸਨ, ਇਹ ਲੈ ਕੇ ਉੱਥੇ ਪਹੁੰਚ ਗਏ ਤੇ ਪੰਥ ਦੇ ਫੈਸਲਾ ਉਹਨਾਂ ਨੇ ਕਿਹਾ ਅਸੀਂ ਕੇਅਰ ਨਹੀਂ ਕਰੀ, ਜੋ ਮਿਸਲਾਂ ਦੇ ਫੈਸਲੇ ਹੁਣ ਆਪਣੇ ਹੋਣ,
ਲੇਕਿਨ ਦਰਬਾਰ ਸਾਹਿਬ ਦੀ ਇੱਜ਼ਤ ਆਬਰੂ ਤੇ ਇੱਕ ਅਣਖ ਹੋ ਕੇ ਖੜੇ ਹੋ ਜਾਵਾਂਗੇ ਇਹਨਾਂ ਦੇ ਸਾਹਮਣੇ। ਇਹ ਸਾਨੂੰ ਪਹਿਲੇ ਮਾਰਨਗੇ ਤੇ ਫਿਰ ਦਰਬਾਰ ਸਾਹਿਬ ਜਾਣਗੇ, ਅਸੀਂ ਨਹੀਂ ਜਾਣ ਦੇਣਾ ਇਹਨਾਂ ਨੂੰ ਅੱਗੇ, ਚਾਹੇ ਜਿਤਨੀ ਵੱਡੀ ਆਰਮੀ ਲੈ ਕੇ ਸ਼ਾਹ ਜ਼ਮਾਨ ਆ ਜਾਏ। ਤੇ ਇਹ ਗੱਲ ਮੈਂ ਹੋਰ ਕਹਿ ਦਿਆਂ ਕਿ ਮਹਾਰਾਜ ਦੇ ਟਾਈਮ ਵੀ ਜਦੋਂ ਉਹਨਾਂ ਤੋਂ ਜਾਣ ਤੋਂ ਬਾਅਦ ਵੀ ਸਿੱਖਾਂ ਵਿੱਚ ਇੱਕ ਬੜਾ ਹੁੰਦਾ ਸੀ ਕਿ ਜੇ 11 ਬੰਦੇ ਭੇਜਣੇ ਹੋਣ ਤੇ ਕਹਿੰਦੇ ਸਨ ਕਿ 11 ਲੱਖ ਫੌਜ ਭੇਜ ਦਿਓ, ਤੇ ਇੱਕ ਬੰਦਾ ਭੇਜਣਾ ਹੋਵੇ ਤੇ ਕਹਿੰਦੇ 1.25 ਲੱਖ ਬੜਾ ਹੈ, 1.25 ਲੱਖ ਖਾਲਸਾ ਭੇਜ ਦਿਓ। ਮਨੇ 1.25 ਲੱਖ ਖਾਲਸਾ ਮਨੇ ਇੱਕ ਜਾਏਗਾ। ਜੇ ਕਹਿਣ ਜੀ 2.5 ਲੱਖ ਖਾਲਸੇ ਦੀ ਲੋੜ ਹੈ, ਇਹਦਾ ਮਤਲਬ 2 ਬੰਦੇ ਜਾਣਗੇ ਖਾਲੀ, ਦੈਟਸ ਅਬਾਊਟ ਇਟ। ਤੇ ਜੇ ਕਹੇ ਜੀ 11 ਲੱਖ ਦੀ ਫੌਜ ਜਾਏਗੀ ਤੇ ਫਿਰ ਉਹ 11 ਲੱਖ ਦੀ ਫੌਜ ਮਨੇ 11 ਵਿਲ ਗੋ ਓਨਲੀ, ਦੈਟਸ ਅਬਾਊਟ ਇਟ। ਇਹੋ ਜੀ ਅੰਦਰ ਜਜ਼ਬਾ ਸੀ ਉਸ ਵੇਲੇ ਸਿੱਖਾਂ ਦਾ। ਹੁਣ ਗੱਲ ਬਦਲ ਗਈ ਹੈ, ਹੁਣ ਉਹ ਗੱਲ ਨਹੀਂ ਰਹੀ। ਹੁਣ ਵੀ ਦੇਖੋਗੇ ਤੇ ਨਿਹੰਗ ਜਥੇਬੰਦੀਆਂ ਦੀਆਂ ਤੁਸੀਂ ਅਗਰ ਦੇਖੋਗੇ ਹਿਸਟਰੀ ਚ ਬੜਾ ਤੁਹਾਨੂੰ ਹਿਸਟਰੀ ਦੇ ਬੜੇ ਪੇਜ ਨਜ਼ਰ ਆਣਗੇ ਤੁਹਾਨੂੰ ਉਹਨਾਂ ਦੇ, ਉਹ ਹੁਣ ਵੀ ਥੱਲੇ 96 ਕਰੋੜੀ ਲਿਖਦੇ ਨੇ, 96 ਕਰੋੜ 96 ਕਰੋੜੀ ਬੁੱਢਾ ਦਲ, 96 ਕਰੋੜੀ ਬੁੱਢਾ ਦਲ। ਹਾਂਜੀ, ਯੂ ਹੈਡ ਅ ਕੁਐਸਚਨ ਇਨਸ਼ਾ ਜੀ? ਤੁਸੀਂ ਮਿਊਟਡ ਹੋ ਦੀਦੀ ਤੁਸੀਂ। Yes, I have one question. So he was raised under the Shahidi missile, but he was raised under the he Nihangi was not raised as a missile member, but he was raised by the head of the Shahidi missile. Those days Sant Baba Narayan Singh ਉਹਨਾਂ ਦੀ ਨਿਗਰਾਨੀ ਦੇ ਥੱਲੇ ਉਹਨਾਂ ਦੀ ਸ਼ਸਤਰ ਵਿਦਿਆ ਤੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਜਿਹੜੀ ਹੈ ਸਾਰੀ ਜਿਹੜੀ ਉਹਨਾਂ ਦੇ ਥੱਲੇ ਹੋਈ ਸਾਰੀ। ਤੇ ਇਹ ਸਿੰਘ ਪਹੁੰਚ ਗਏ ਉੱਥੇ ਤੇ ਸਿੰਘਾਂ ਨੇ ਫੈਸਲਾ ਕਰ ਲਿੱਤਾ ਕਿ ਇਹ ਅਫਗਾਨ ਜਿਹੜੇ ਹਨ ਇਹਨਾਂ ਨੂੰ ਆਣ ਦਿਓ। ਤੇ ਇਹ ਸੁਕਰ ਚੱਕਿਆ ਮਿਸਲ ਵੀ ਉਹ ਵੀ ਆਪਣੇ ਭੰਗੀ ਸਰਦਾਰ ਵੀ ਆਪਣੀ ਆਰਮੀ ਇਕੱਠੀ ਕਰਦੇ ਪਏ, ਕਹਿੰਦੇ ਇਹ ਉਹ ਆਣ ਨਾ ਆਣ, ਉਹ ਆਪਣੀ ਜਗ੍ਹਾ ਤੇ ਹਨ ਤੇ ਅਸੀਂ ਨਹੀਂ ਇਹਨਾਂ ਨੂੰ ਅੰਮ੍ਰਿਤਸਰ ਵੜਨ ਦੇਣਾ ਇਹਨਾਂ ਨੂੰ। ਤੇ ਅਫਗਾਨ ਕੰਟਿੰਜੈਂਟ ਨੂੰ ਵੀ ਖਬਰ ਹੋ ਗਈ ਇਸ ਗੱਲ ਦੀ। 4 ਗੁਣਾ ਦਾ ਫੈਸਲਾ ਸੀ। ਆਰਮੀ ਵਾਸ 4 or 5 ਟਾਈਮਸ ਔਨ ਦੀ ਅਦਰ ਸਾਈਡ, ਯੂ ਨੋ। ਤੇ ਕਹਿੰਦੇ 3 ਜਨਵਰੀ ਡੇਟ ਮੇਰੇ ਕੋਲ ਹੈ, ਜਨਵਰੀ 3rd 1797 ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੀ ਨਿਹੰਗਾਂ ਦੀ ਫੌਜ ਤੇ ਸ਼ਾਹ ਜ਼ਮਾਨ ਦੀ ਗਾਜ਼ੀਆਂ ਦੀ ਫੌਜ ਘਮਾਸਾਨ ਯੁੱਧ ਹੋਇਆ ਉੱਥੇ। ਔਰ ਜਿਹੜੀ ਫਿਜ਼ੀਕਲ ਪਲੇਸ ਜਿਹੜੀ ਹੈ ਜਿਹੜੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਫਿਜ਼ੀਕਲ ਜਿਹੜੀ ਜਗ੍ਹਾ ਜਿਹੜੀ ਹੈ, ਮੋਸਟ ਹਿਸਟੋਰੀਅਨਸ ਥਿੰਕ ਕਿ ਉੱਥੇ ਜੰਗ ਹੋਈ ਹੈ। ਔਰ ਐਸੀ ਜੰਗ ਪਹਿਲੇ ਅਰਦਾਸ ਕੀਤੀ ਉਹਨਾਂ ਨੇ ਅੰਮ੍ਰਿਤ ਵੇਲੇ ਆਜ਼ਾਦੀ ਵਾਰ ਦੀ ਸਮਾਪਤੀ ਤੋਂ ਬਾਅਦ ਅਕਾਲ ਤਖਤ ਸਾਹਿਬ ਅਰਦਾਸ ਸੋਧਿਆ ਗਿਆ ਅਰਦਾਸਾ ਕਿ ਖਾਲਸਾ ਹੋਣ ਜਾਂ ਇਹ ਨਹੀਂ ਤੇ ਜਾਂ ਅਸੀਂ ਨਹੀਂ, ਅਸੀਂ ਇਹਨਾਂ ਨੂੰ ਅੰਮ੍ਰਿਤ ਦਰਬਾਰ ਸਾਹਿਬ ਆਣ ਨਹੀਂ ਦੇਣਾ, ਇਹਨਾਂ ਨੂੰ ਇੱਥੇ ਬੇਦਬੀ ਨਹੀਂ ਦੁਬਾਰਾ ਕਰਨ ਦੇਣੀ ਅਸੀਂ ਇਹਨਾਂ ਦੀ। ਅਰਦਾਸਾ ਸੋਧ ਕੇ ਜਦੋਂ ਸ਼ੁਰੂ ਹੋਈ ਤੇ ਕਹਿੰਦੇ 5-6 ਘੰਟੇ ਵਿੱਚ ਜੰਗ ਖਤਮ ਹੋ ਗਈ। ਉਹ ਇਹਨਾਂ ਦੇ ਅਕਾਲੀਆਂ ਦੇ ਭਾਰ ਸਹਾਰ ਨਹੀਂ ਸਕੇ ਗਾਜ਼ੀ। ਦੇਖੋ ਕਿਸ ਤਰ੍ਹਾਂ ਟਾਈਮ ਉਲਟਦਾ ਹੈ। ਇੱਕ ਟਾਈਮ ਸੀ ਜਦੋਂ ਉਹ ਆਉਂਦੇ ਸਨ ਤੇ ਕਿਸ ਤਰ੍ਹਾਂ ਪੂਰਾ ਹਿੰਦੁਸਤਾਨ ਦਬਦਬੇ ਦੇ ਅੰਦਰ ਆ ਜਾਂਦਾ ਸੀ, ਖਾਲੀ ਹਿੰਦੂ ਹੀ ਨਹੀਂ ਮੁਗਲ ਹੁਕੂਮਤਾਂ ਵੀ, ਯੂ ਨੋ। ਤੇ ਇਹ ਹੁਣ ਟਾਈਮ ਸੀ ਜਿੱਥੇ 1200 ਮਰਜੀਵੜੀਆਂ ਨੇ, ਨਿਹੰਗਾਂ ਨੇ ਉਸ ਪਾਵਰਫੁਲ ਸ਼ਾਹ ਜ਼ਮਾਨ ਦੀ ਆਰਮੀ ਨੂੰ ਰੋਕ ਲਿੱਤਾ ਉੱਥੇ ਅੰਮ੍ਰਿਤਸਰ। ਤੇ ਕਹਿੰਦੇ ਇਹੋ ਜਿਹੇ ਨਸੇ ਉੱਥੋਂ ਵਾਪਸ ਕਿ ਇੱਕ ਉਹਨਾਂ ਦੇ ਸਾਰੇ ਹਥਿਆਰ ਛੋੜ ਕੇ ਉਹਨਾਂ ਦੀਆਂ ਤੋਪਾਂ ਵੀ ਰਹਿ ਗਈਆਂ ਉੱਥੇ, ਉਹਨਾਂ ਦੇ ਨੇਜ਼ੇ, ਉਹਨਾਂ ਦੀਆਂ ਤਲਵਾਰਾਂ, ਉਹਨਾਂ ਦੀਆਂ ਬੰਦੂਕਾਂ ਸਾਰੀਆਂ ਅਕਾਲੀਆਂ ਦੇ ਹੱਥ ਪੈ ਗਈਆਂ। ਤੇ ਵਾਪਸ ਆ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਆ ਕੇ ਅਰਦਾਸ ਕੀਤੀ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਇਸ ਵੱਡੀ ਵਿਕਟਰੀ ਦਾ। ਤੇ ਇੱਥੋਂ ਜਿਹੜੀ ਸਟਾਰਟਿੰਗ ਪੁਆਇੰਟ ਸੀ ਉਹਨਾਂ ਦੇ ਮਿਲਟਰੀ ਕੈਰੀਅਰ ਦਾ, ਦਿਸ ਵਾਸ देयर ਫਸਟ ਸਟਾਰਟਿੰਗ ਪੁਆਇੰਟਸ ਇਹਨਾਂ ਦਾ, ਉਹਨਾਂ ਦੀ ਸ਼ਸਤਰ ਵਿਦਿਆ ਦਾ। ਤੇ ਆਪ ਅੱਗੇ ਹੋ ਕੇ ਲੜਦੇ ਸਨ ਜੰਗ। ਕਦੀ ਇਹੋ ਜਿਹੇ ਜਰਨੈਲ ਨਹੀਂ ਸਨ ਜਿਹੜੇ ਪਿੱਛੇ ਰਹਿਣ ਵਾਲੇ ਜਰਨੈਲ ਸਨ ਜਿਹੜੇ। ਤੇ ਸ਼ਾਹ ਜ਼ਮਾਨ ਦੀ ਇਸ ਡਿਫੀਟ ਨੂੰ ਜਦੋਂ ਸੁਕਰ ਚੱਕਿਆ ਮਿਸਲ ਦੇ ਹੈਡ ਮਹਾਰਾਜਾ ਰਣਜੀਤ ਸਿੰਘ, ਉਸ ਵੇਲੇ ਮਹਾਰਾਜਾ ਨਹੀਂ ਸਨ, ਉਸ ਰਣਜੀਤ ਸਿੰਘ ਨਾਂ ਸੀ, ਲਾਹੌਰ ਜਿੱਤਿਆ ਨਹੀਂ ਸੀ, ਲਾਹੌਰ ਜਿੱਤਣ ਚਾਲੇ 2-3 ਸਾਲ ਪਏ ਹੋਏ ਨਾਲੇ, ਯੂ ਨੋ। 1799 ਵਿੱਚ ਲਾਹੌਰ ਵਾਸ ਟੇਕਨ ਓਵਰ ਬਾਈ ਰਣਜੀਤ ਸਿੰਘ ਜਾਂ ਮਹਾਰਾਜਾ ਰਣਜੀਤ ਸਿੰਘ, ਹਾਲੇ 2 ਸਾਲ ਦਾ ਵਿੱਥ ਸੀ ਵਿਚਕਾਰ। ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਭੰਗੀ ਸਰਦਾਰਾਂ ਨੂੰ, ਤੇ ਬੜੀ ਇੱਜ਼ਤ ਮਾਨ ਇਹਨਾਂ ਦਾ ਕੀਤਾ ਇਹਨਾਂ ਦਾ। ਤੇ ਇਸ ਡਰ ਦੇ ਵਿੱਚੋਂ ਸ਼ਾਹ ਜ਼ਮਾਨ ਜਿਹੜਾ ਵੈ ਇਸ ਇਨਸੀਡੈਂਟ ਤੋਂ ਬਾਅਦ ਉਹ ਫਿਰ ਲੜਿਆ ਹੀ ਨਹੀਂ ਸਿੱਖਾਂ ਨਾਲ। ਉਹ 6 ਮਹੀਨਿਆਂ ਬਾਅਦ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਕੇ ਜਾਂ ਕਿਸੇ ਹੋਰ ਨਾਲ ਮਿਲ ਕੇ ਕਿ ਸਾਡੇ ਥੱਲੇ ਆ ਜਾਣ,
ਅਸੀਂ ਇਹਨਾਂ ਨੂੰ ਸਰਦਾਰੀ ਦੇ ਦਈਏ ਲਾਹੌਰ ਦੀ ਤੇ ਸਾਡਾ ਪ੍ਰੋਵਿੰਸ ਹੀ ਰਵੇ ਹੈ। ਲੇਕਿਨ ਸਿੱਖਾਂ ਨੇ ਕਿਹਾ ਅਸੀਂ ਤੁਹਾਡੀ ਕਿਸੇ ਸਰਦਾਰੀ ਕਿਸੇ ਨੇ ਨਹੀਂ ਮੰਨੀ ਗੱਲ, ਤੇ ਉੱਥੇ ਉਹਦੇ ਆਪਣਾ ਚੱਕਰ ਪੈਦਾ ਹੋ ਗਿਆ ਅਫਗਾਨਿਸਤਾਨ ਵਿੱਚ, ਈਰਾਨ ਵਿੱਚ। ਉਹਦੇ ਆਪਣੇ ਭਰਾਵਾਂ ਨੇ ਬਗਾਵਤ ਕਰ ਦਿੱਤੀ ਤੇ ਉਹਨੂੰ ਜਾਣਾ ਪੈ ਗਿਆ, ਔਰ ਵਾਪਸ ਫਿਰ ਅਫਗਾਨ ਦੁਬਾਰਾ ਨਹੀਂ ਆਏ। ਦਿਸ ਵਾਸ ਦ ਲਾਸਟ ਅਟੈਕ from that side, from the west though। ਮਨੇ ਹੁਣ ਦੁਬਾਰਾ ਖਾਈਬਰ ਪਾਸ ਤੋਂ ਵਿੱਚੋਂ ਹਮਲੇ, ਅਖੀਰਲਾ ਹਮਲਾ ਇਹ 1797 ਦਾ ਹਮਲਾ ਸੀ। ਇਸ ਤੋਂ ਬਾਅਦ ਖਾਈਬਰ ਤੋਂ ਕੋਈ ਅਟੈਕ ਜਿਹੜਾ ਵਾ ਹਿੰਦੁਸਤਾਨ ਤੇ ਨਹੀਂ ਹੋਇਆ ਇਸ ਤੋਂ ਬਾਅਦ। ਤੇ ਇਸ ਇਨਸੀਡੈਂਟ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਇਹਨਾਂ ਦੇ ਮਾਨ ਤੇ ਇੱਜ਼ਤ ਇਤਨਾ ਵੱਧ ਗਿਆ। ਤੁਸੀਂ ਸੋਚ ਕੇ ਦੇਖੋ, ਤੁਸੀਂ ਸੋਚ ਕੇ 18 ਜਾਂ 19 ਸਾਲ ਦੀ ਉਮਰ ਸੀ ਉਹਨਾਂ ਦੀ ਉਸ ਵੇਲੇ ਜਦੋਂ ਇਹ ਜੰਗ ਲੜੀ ਉਹਨਾਂ ਨੇ। ਸੋਚ ਕੇ ਦੇਖੋ, ਇੱਕ ਇਹੋ ਜਿਹਾ ਐਨੀਮੀ ਜਿਹੜਾ ਤੁਹਾਡੇ ਤੋਂ 100 ਟਾਈਮ ਜ਼ਿਆਦਾ ਪਾਵਰਫੁਲ ਹੈ, ਲੇਕਿਨ ਅਗਲਿਆਂ ਦੇ ਕੋਲ, ਜਿਹਦੇ ਕੋਲ ਭਗਤੀ ਦਾ ਰੰਗ ਹੋਵੇ, ਜਿਹਦੇ ਕੋਲ ਬਾਣੀ ਦਾ ਰੰਗ ਹੋਵੇ, ਉਹ ਕੋਈ ਕੁਝ ਵੀ ਕਰ ਸਕਦਾ ਹੈ। ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਕਰ ਦਿਖਾਇਆ। 18-19 ਸਾਲ ਦੀ ਉਮਰ, ਜਵਾਨੀ ਦੀ ਉਮਰ ਵਿੱਚ ਇਹ ਜੰਗ ਉਹਨਾਂ ਨੇ ਜਿੱਤੀ ਉਹਨਾਂ ਨੇ। ਤੇ ਅਗਲੀ ਸਰਬੱਤ ਖਾਲਸਾ ਦੀ ਮੀਟਿੰਗ, ਜਸਟ ਟੂ ਲੈਟ ਯੂ ਨੋ ਕਿ ਸਰਬੱਤ ਖਾਲਸਾ ਦੀਆਂ ਮੀਟਿੰਗਸ ਸਿਰਫ 2 ਓਕੇਜ਼ਨ ਤੇ ਹੋਈਆਂ ਕਰਦੀਆਂ ਸਨ, ਇੱਕ ਵਿਸਾਖੀ ਵਾਲੇ ਦਿਨ ਤੇ ਇੱਕ ਦੀਵਾਲੀ ਵਾਲੇ ਦਿਨ। ਇਹ 2 ਇਨਸੀਡੈਂਟ ਜਿਹੜੇ ਹਨ, 2 ਵੱਡੇ ਦਿਨ ਜਿਹੜੇ ਮੁਕਰਰ ਕੀਤੇ ਹੋਏ ਸਨ। ਤੇ ਸਰਬੱਤ ਖਾਲਸਾ ਦੀਆਂ ਮੀਟਿੰਗ ਸਾਲ ਵਿੱਚ 2 ਵਾਰੀ ਹੁੰਦੀਆਂ ਸਨ, ਜਿੱਥੇ ਹਰ ਮਿਸਲ ਦੇ ਸਰਦਾਰ ਆ ਕੇ ਤੇ ਆਪਣਾ ਉੱਥੇ ਪਾਰਟਿਸਿਪੇਟ ਕਰਦੇ ਸਨ। ਤੇ ਇਹ ਜੁਲਾਈ 7 ਨੂੰ ਜਦੋਂ ਅਗਲੀ ਸਰਬੱਤ ਖਾਲਸਾ ਦੀ ਮੀਟਿੰਗ ਵਿਦਿਨ ਮੰਥਸ ਜਿਹੜੀ ਮੀਟਿੰਗ ਹੋਈ ਹੈ, ਇਸ ਤੋਂ ਬਾਅਦ ਜਿਹੜੀ ਵਿਸਾਖੀ ਵਾਲੇ ਦਿਨ, ਉਸ ਦਿਨ ਪੰਥ ਨੇ ਹੁਕਮਨਾਮਾ ਜਾਰੀ ਕੀਤਾ ਤੇ ਪੰਥ ਨੇ ਅਰਜੋਈ ਬਾਬਾ ਅਕਾਲੀ ਫੂਲਾ ਸਿੰਘ ਨਾਲ, ਜਿਨ੍ਹਾਂ ਦੀ ਉਮਰ ਸਿਰਫ ਉਹਨੇ ਉਸ ਵੇਲੇ 1760, ਇਹ ਗੱਲ 1798 ਦੀ ਗੱਲ, 98-99 ਦੀ ਗੱਲ ਹੈ, 17-18-19 ਸਾਲ ਦੀ ਉਮਰ ਸੀ ਉਸ ਵੇਲੇ ਉਹਨਾਂ ਦੀ। ਤੇ ਸਰਬੱਤ ਖਾਲਸਾ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਅਕਾਲੀ ਬਾਬਾ ਫੂਲਾ ਸਿੰਘ ਤੋਂ ਵੱਡਾ ਕੋਈ ਹੋਰ ਜ਼ਿੰਮੇਦਾਰ ਵਿਅਕਤੀ ਨਹੀਂ ਹੈ ਇਸ ਵੇਲੇ ਪੰਜਾਬ ਵਿੱਚ, ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਸੰਭਾਲਣ ਤੋਂ ਵੱਡਾ ਹੋਵੇ। ਇਸ ਛੋਟੀ ਉਮਰ ਵਿੱਚ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਥਾਪਿਆ ਗਿਆ। ਤੇ ਉਸ ਵੇਲੇ 5 ਸਿੰਘਾਂ ਦੀ ਨਿਗਰਾਨੀ ਥੱਲੇ ਇਹਨਾਂ ਨੇ ਮੱਥਾ ਟੇਕ ਕੇ ਇਹ ਵੱਡੀ ਪੰਥ ਦੀ ਬਹੁਤ ਵੱਡੀ ਸੇਵਾ ਆਪਣੀ ਕਮਾਨ ਦੇ ਥੱਲੇ ਲਿੱਤੀ ਉਹਨਾਂ ਨੇ। ਔਰ ਜਦ ਤੱਕ ਜ਼ਿੰਦਾ ਰਹੇ ਉਹ ਆਪ, ਕਿਉਂਕਿ ਡੈਥ 1823 ਵਿੱਚ ਹੋਈ ਉਹਨਾਂ ਦੀ, ਤਾਂ 23-24 ਸਾਲ ਜਿਹੜੀ ਸੇਵਾ ਜਿਹੜੀ ਨਿਭਾਈ ਉਹਨਾਂ ਨੇ ਆਪਣੀ, ਉਹਨਾਂ ਨੇ ਕਿਸੇ ਦੇ ਥੱਲੇ ਆਪਣੇ ਆਪ ਨੂੰ ਮੁਲਾਜ਼ਮ ਨਹੀਂ ਗਿਣਾਇਆ, ਕਿਸੇ ਦੇ ਥੱਲੇ ਨਹੀਂ ਆਏ। ਆਪਣੇ ਫੈਸਲੇ ਉਹਨਾਂ ਨੇ ਆਪ ਕੀਤੇ ਸਾਰੇ, ਚਾਹੇ ਮਹਾਰਾਜਾ ਰਣਜੀਤ ਸਿੰਘ ਹੀ ਹੋਣ ਆਪ, ਚਾਹੇ ਕੋਈ ਵੀ ਹੋਏ, ਚਾਹੇ ਅੰਗਰੇਜ਼ ਹੋਵੇ, ਚਾਹੇ ਮਟਕਾਫ ਆਇਆ ਹੋਵੇ ਉੱਥੇ, ਉਹਨਾਂ ਨੇ ਕਿਸੇ ਦੀ ਗੱਲ ਸੁਣੀ ਨਹੀਂ। ਉਹਨਾਂ ਨੇ ਪੰਥਿਕ ਹਿਸਾਬ ਦੇ ਨਾਲ, ਜੋ ਪੰਥਿਕ ਮਰਿਆਦਾ ਸੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਸੇਵਾ, ਅਕਾਲ ਤਖਤ ਦੀ ਇਹ ਮਹਾਨ ਸੇਵਾ ਉਹਨਾਂ ਨੇ ਆਪਣੇ ਹੱਥ ਵਿੱਚ ਲਿੱਤੀ। ਤੇ ਇਸ ਸਰਬੱਤ ਖਾਲਸੇ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਬੜੀਆਂ ਚੀਜ਼ਾਂ ਫਿਰ ਤਬਦੀਲੀ ਲੈ ਕੇ ਆਏ, ਕਿਉਂਕਿ ਇਹ ਮੰਤਾਂ ਦੇ ਥੱਲੇ ਚਲੀਆਂ ਗਈਆਂ ਸਨ, ਕਾਫੀ ਬ੍ਰਾਹਮਣਿਜ਼ਮ ਆ ਗਈ ਸੀ ਉਹਨਾਂ ਦਿਨਾਂ ਵਿੱਚ। ਇਹ ਸਾਰਾ ਕੁਝ ਉਹਨਾਂ ਨੇ ਬੰਦ ਕੀਤਾ, ਕੀਰਤਨ ਦੀਆਂ ਚੌਕੀਆਂ ਦੁਬਾਰਾ ਸ਼ੁਰੂ ਕਰਵਾਈਆਂ ਤੇ ਇੱਕ ਬਹੁਤ ਵੱਡੀ ਚੇਂਜ ਲੈ ਕੇ ਆਏ। ਉਹ ਇਹ ਸੀ ਕਿ ਅਕਾਲ ਤਖਤ ਤੇ ਦਰਬਾਰ ਸਾਹਿਬ ਦੀ ਅਗਰ ਕਿਸੇ ਨੇ ਪੁਜਾਰੀ ਬਣਨਾ ਹੈ ਜਾਂ ਕਿਸੇ ਨੇ ਗ੍ਰੰਥੀ ਬਣਨਾ ਹੈ, ਤੇ ਅਗਰ ਤੁਸੀਂ ਅੰਮ੍ਰਿਤਧਾਰੀ ਨਹੀਂ ਹੋ ਤੇ ਤੁਹਾਨੂੰ ਇਹ ਜੌਬ ਨਹੀਂ ਦਿੱਤੀ ਜਾਏਗੀ। ਇਹ ਬਹੁਤ ਵੱਡਾ ਇੱਕ ਤਬਦੀਲੀ ਇਹ ਉਹਨਾਂ ਦੀ ਨਿਗਰਾਨੀ ਦੇ ਥੱਲੇ ਦਿੱਤੀ ਗਈ, ਜਿਹੜੀ ਹੁਣ ਤੱਕ ਲਾਗੂ ਹੁੰਦੀ ਹੈ ਕਿ ਅੰਮ੍ਰਿਤਧਾਰੀ ਹੋਣਾ, ਜਿੱਥੇ ਕੀਰਤਨ ਜਿਹੜੇ ਕਰਦੇ ਹਨ, ਜਿਹੜੇ ਕਥਾਵਾਚਕ ਹਨ, ਜਿਹੜੇ ਗ੍ਰੰਥੀ, ਜਿਹੜੇ ਸੰਭਾਲ ਹੈ ਦਰਬਾਰ ਸਾਹਿਬ ਦੀ, ਅਕਾਲ ਤਖਤ ਸਾਹਿਬ ਦੀ, ਔਰ ਬਗੈਰ ਅੰਮ੍ਰਿਤਧਾਰੀਆਂ ਤੋਂ ਕਿਸੇ ਨੂੰ ਇਹ ਜੌਬ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਪਹਿਲੇ ਅੰਮ੍ਰਿਤ ਛਕੋ, ਗੁਰੂ ਦੇ ਬਣੋ ਤੇ ਫਿਰ ਇੱਥੇ ਆ ਕੇ ਕੰਮ ਕਰੋ। ਇਹ ਜਿਹੜੀ ਸੇਵਾ ਜਿਹੜੀ ਹੈ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਸੇਵਾ, within months of that winning that battle, ਇਹ ਉਹਨਾਂ ਨੇ ਲਿੱਤੀ ਉਹਨਾਂ ਨੇ। ਤੇ ਅਗਲੀ ਜਦੋਂ within a year or two, ਜਦੋਂ 1799 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਕਿਲਾ ਜਿੱਤਿਆ, ਜਦੋਂ ਲਾਹੌਰ ਦੇ ਰਾਜੇ ਬਣ ਗਏ, ਲਾਹੌਰ being the capital of Punjab those days, ਤੇ ਫਰਵਰੀ 1802 ਵਿੱਚ ਆਪ ਜਿਹੜੇ ਹਨ ਉਹ ਅੰਮ੍ਰਿਤਸਰ ਨੂੰ ਲੈਣ ਦੀ ਸੋਚੀ ਉਹਨਾਂ ਨੇ ਕਿ ਅੰਮ੍ਰਿਤਸਰ is also an important place, ਗੁਰੂ ਕੀ ਨਗਰੀ ਹੈ ਤੇ ਗੁਰੂ ਕੀ ਨਗਰੀ ਦੇ ਵਿੱਚ ਲਾਹੌਰ ਦਰਬਾਰ ਦੇ ਥੱਲੇ ਆਣੀ ਚਾਹੀਦੀ ਗੁਰੂ ਕੀ ਨਗਰੀ।
ਉਹਨਾਂ ਦਿਨਾਂ ਵਿੱਚ ਮਿਸਲਾਂ ਦਾ ਰਾਜ ਸੀ ਤੇ ਭੰਗੀ ਮਿਸਲ ਦਾ ਰਾਜ ਸੀ ਅੰਮ੍ਰਿਤਸਰ ਵਿੱਚ। ਜਿਨ੍ਹਾਂ ਨੇ ਗੋਬਿੰਦਗੜ੍ਹ ਫੋਰਟ ਦੇ ਦਰਸ਼ਨ ਕੀਤੇ ਹਨ ਅੰਮ੍ਰਿਤਸਰ, ਉਹਨਾਂ ਨੂੰ ਪਤਾ ਹੈ ਗੋਬਿੰਦਗੜ੍ਹ ਫੋਰਟ ਵਾਸ ਦ ਮੇਜਰ ਫੋਰਟ ਦੋਜ਼ ਡੇਜ਼। ਨਹੀਂ ਕੀਤੇ ਤੇ ਅਗਲੀ ਵਾਰੀ ਜਾਓ ਤਾਂ ਜ਼ਰੂਰ ਦੇਖੋ। ਤੇ ਭੰਗੀ ਮਿਸਲ ਦੇ ਗੁਲਾਬ ਸਿੰਘ ਹੋਰਾਂ ਦੀ ਡੈਥ ਹੋ ਗਈ ਸੀ ਥੋੜੀ ਦੇਰ ਪਹਿਲੇ, ਤੇ ਉਹਨਾਂ ਦੀ ਵਾਈਫ ਸੁੱਖਾ ਤੇ ਉਹਨਾਂ ਦਾ ਨਾਬਾਲਿਗ ਬੱਚਾ ਗੁਰਦਿੱਤ ਸਿੰਘ, ਇਹ ਮਾਲਕ ਸਨ ਅੰਮ੍ਰਿਤਸਰ ਦੇ, ਹਾਕਮ ਸਨ। ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਚਿੱਠੀ ਭੇਜੀ ਕਿ ਤੁਸੀਂ ਅੰਮ੍ਰਿਤਸਰ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਲਾਹੌਰ ਦਰਬਾਰ ਦੇ ਥੱਲੇ ਕਰ ਦਿੱਤੀ ਜਾਵੇ। ਤੇ ਜ਼ਮਜ਼ਮਾਂ ਜਿਹੜੀਆਂ ਤੋਪਾਂ ਜਿਹੜੀਆਂ ਸਨ ਅਬਦਾਲੀ ਦੀਆਂ, ਜਿਹੜੀਆਂ ਸਿੱਖਾਂ ਕੋਲ ਆ ਗਈਆਂ, ਜਿਹਨੂੰ ਭੰਗੀਆਂ ਦੀਆਂ ਤੋਪਾਂ ਵੀ ਕਹਿੰਦੇ, ਵੱਡੀ ਤੋਪ ਸੀ ਜਿਹੜੀ, ਉਹ ਤੋਪਾਂ ਵੀ ਲਾਹੌਰ ਦਰਬਾਰ ਨੂੰ ਦਿੱਤੀਆਂ ਜਾਣ। ਤੇ ਸੁੱਖਾ ਨੇ ਇਸ ਗੱਲ ਨੂੰ ਮਨ੍ਹਾ ਕਰ ਦਿੱਤਾ। ਤੇ ਇਹ ਮਨ੍ਹਾ ਕਰਨ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਆਰਮੀ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਨੂੰ ਅਟੈਕ ਕਰਨ ਦੀ ਠਾਣ ਲਈ। ਉੱਥੋਂ ਇਹ ਆਰਮੀ ਆ ਗਈ। ਹੁਣ ਦੋ ਸਿੱਖਾਂ ਦੇ ਵਿਚਕਾਰ ਲੜਾਈ ਹੋਣ ਵਾਲੀ ਹੈ। ਜਦੋਂ ਇਹ ਖਬਰ ਅਕਾਲੀ ਬਾਬਾ ਫੂਲਾ ਸਿੰਘ ਨੂੰ ਪਤਾ ਲੱਗੀ, ਜਦੋਂ, ਤਾਂ ਆਪ ਉਸ ਵੇਲੇ ਅਕਾਲ ਤਖਤ ਵਿੱਚ ਸਨ ਜਦੋਂ ਇਹ ਖਬਰ ਆਈ ਉਹਨਾਂ ਨੂੰ, ਤੇ ਉਹ ਤੇ ਤਿਲਮਿਲਾ ਕੇ ਗੁੱਸੇ ਨਾਲ ਬੜੇ ਨਿਹੰਗਾਂ ਦੇ 1000 ਜਥਿਆਂ ਨੂੰ ਲੈ ਕੇ ਗੋਬਿੰਦਗੜ੍ਹ ਫੋਰਟ ਦੇ ਸਾਹਮਣੇ ਖੜੇ ਹੋ ਗਏ ਤੇ ਲਲਕਾਰਿਆ ਮਹਾਰਾਜਾ ਰਣਜੀਤ ਸਿੰਘ ਨੂੰ, ਜੇ ਖਬਰਦਾਰ ਜੇ ਗੁਰੂ ਕੀ ਨਗਰੀ ਵਿੱਚ ਕਿਸੇ ਇੱਕ ਦੀ ਡੈਥ ਵੀ ਹੋਈ ਤੇ ਤੁਸੀਂ ਦੋਨੋਂ ਸਿੱਖ ਹੋ, ਪਹਿਲੇ ਦੋ ਸਿੱਖਾਂ ਦਾ ਰਾਜ ਹੈ, ਸਿੱਖ ਹੋ ਤੋਏ, ਤੂੰ ਇੱਥੇ ਆ, ਇਹਨਾਂ ਦਾ ਇੱਜ਼ਤ ਮਾਨ ਵਧਾ, ਤੂੰ ਇਹਨਾਂ ਨੂੰ ਇੱਜ਼ਤ ਮਾਨ ਨਾਲ ਰਫਾ ਦਫਾ ਕਰ। ਠੀਕ ਹੈ, ਇੱਕ ਪੰਜਾਬ ਹੋਣਾ ਚਾਹੀਦਾ ਹੈ, ਤੇਰੀ ਗੱਲ ਅਸੀਂ ਮੰਨਦੇ ਹਾਂ ਕਿ ਇੱਕ ਪੰਜਾਬ ਦੇ ਥੱਲੇ ਹੀ ਸਭ ਦੀ ਨਿਗਰਾਨੀ ਥੱਲੇ ਹੋਣਾ ਚਾਹੀਦਾ, ਇੱਕ ਪੰਜਾਬ ਦਾ ਹੋਣਾ ਹੀ ਸਾਰਿਆਂ ਵਾਸਤੇ ਅੱਛਾ ਹੈ। ਤੇ ਇਹ ਫਿਰ ਜੰਗ ਉਹਨਾਂ ਨੇ ਰੁਕਵਾ ਦਿੱਤੀ। ਇਹ ਬਹੁਤ ਵੱਡਾ ਉਹਨਾਂ ਦਾ ਫੈਸਲਾ ਸੀ ਕਿ ਨਿਹੰਗਾਂ ਦੀ ਵਜ੍ਹਾ ਦੇ ਨਾਲ, ਉਹਨਾਂ ਦੀ ਵਜ੍ਹਾ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਗੱਲ ਮੰਨ ਲਿੱਤੀ, ਹੱਥੀਂ ਚੱਲ ਕੇ ਸੁੱਖਾਂ ਨੂੰ ਮਿਲੇ ਤੇ ਗੁਰਦਿੱਤ ਸਿੰਘ ਨੂੰ, ਉਹਨਾਂ ਦੇ ਜਿਹੜੇ ਨਾਬਾਲਗ ਬੱਚੇ ਸਨ, ਉਹਨਾਂ ਨੂੰ ਬੜੀ ਵੱਡੀਆਂ ਜ਼ਗੀਰਾਂ ਦਿੱਤੀਆਂ ਅੰਮ੍ਰਿਤਸਰ ਦੇ ਕੋਲ। ਤੇ ਉਹਨਾਂ ਨੇ ਇਹ ਰਾਜ ਜਿਹੜਾ ਵਾ, ਉਹਨਾਂ ਨੇ ਕਿਹਾ ਇਹ ਤੇਰਾ ਰਾਜ ਨਹੀਂ, ਇਹ ਖਾਲਸੇ ਦਾ ਰਾਜ ਹੈ, ਨਾ ਇਹ ਭੰਗੀਆਂ ਦਾ ਤੇ ਨਾ ਤੇਰਾ ਹੈ, ਇਹ ਖਾਲਸੇ ਦਾ ਰਾਜ ਤੈਨੂੰ ਗੋਬਿੰਦ ਸਿੰਘ ਮਹਾਰਾਜ ਨੇ, ਕਲਗੀਧਰ ਪਿਤਾ ਨੇ ਦਿੱਤਾ ਹੈ ਤੈਨੂੰ ਰਾਜ, ਤੈਨੂੰ ਇਹ ਤੇਰਾ ਆਪਣਾ ਰਾਜ ਨਹੀਂ ਤੇਰਾ। ਤੇ ਡਾਂਟ ਫਟਕਾਰ ਵੀ ਖਾਧੀ ਉਹਨਾਂ ਕੋਲੋਂ, ਕਿਸੇ ਤੋਂ ਡਰਦੇ ਨਹੀਂ ਸਨ। ਔਰ ਇੱਕ ਗੱਲ ਮੈਂ ਹੋਰ ਕਵਾਂ ਬਿਫੋਰ ਆਈ ਐਂਡ ਦੈਟ, ਬਿਕਾਜ਼ ਆਈ ਹੈਵ ਟੂ ਐਂਡ ਇਟ ਬਾਈ 9:15 ਟੁਡੇ ਅਗੇਨ, ਕਿਉਂਕਿ ਕੀਰਤਨ ਵਰਕਸ਼ਾਪ ਸਨ ਅੱਜ ਵੀ, ਕਿ 23 ਸਾਲ ਦੀ ਸੇਵਾ ਕੀਤੀ ਉਹਨਾਂ ਨੇ ਉੱਥੇ, 23-24 ਸਾਲ ਸੇਵਾ ਕੀਤੀ ਅਕਾਲ ਤਖਤ ਦੇ ਜਥੇਦਾਰ ਨੇ। ਤੇ 23-24 ਸਾਲ ਦੀ ਸੇਵਾ ਖਾਲਸਾ ਫੌਜਾਂ ਦੀ ਰਹਿਨੁਮਾਈ ਦੀ ਵੀ ਕੀਤੀ ਉਹਨਾਂ ਨੇ। ਜਰਨੈਲ ਸਨ, ਸਿੱਖ ਜਰਨੈਲ ਵੀ ਸਨ ਨਾਲ। ਮਹਾਰਾਜਾ ਰਣਜੀਤ ਸਿੰਘ ਨੇ ਥਾਪਿਆ ਉਹਨਾਂ ਨੇ ਕਿ ਤੁਸੀਂ ਸਭ ਤੋਂ ਵੱਡਾ ਸਥਾਨ ਤੁਹਾਡਾ ਹੈ। ਉਹਨਾਂ ਨੇ ਇੱਕ ਚਵਾਨੀ ਦੀ ਕਦੀ ਵੀ ਸੈਲਰੀ ਨਹੀਂ ਲਿੱਤੀ ਮਹਾਰਾਜੇ ਕੋਲੋਂ, ਇੱਕ ਪੈਸੇ ਦੀ ਸੈਲਰੀ 24 ਸਾਲਾਂ 'ਚ ਕਦੀ ਨਹੀਂ ਲਿੱਤੀ ਉਹਨਾਂ ਨੇ। ਨਾ ਦਰਬਾਰ ਸਾਹਿਬ ਦੀ ਜਦੋਂ ਸੇਵਾ ਨਿਭਾਈ ਉਹਨਾਂ ਨੇ, ਜਦੋਂ ਅਕਾਲ ਤਖਤ ਸਾਹਿਬ ਦੀ, ਤਾਂ ਨਹੀਂ ਕੋਈ ਸੈਲਰੀ ਲਿੱਤੀ ਉਹਨਾਂ ਨੇ। ਕੋਈ ਪੇਡ ਨਹੀਂ ਸਨ, ਹੀ ਵਾਸ ਨਾਟ ਅ ਪੇਡ EMPLOYEE ਆਫ ਦੀ ਅਕਾਲ ਤਖਤ ਸਾਹਿਬ। ਹਾਂਜੀ, ਲੰਗਰ ਖਾਣਾ ਉਹਨਾਂ ਨੇ, ਜੋ ਵੀ ਕਰਨਾ ਉਹਨਾਂ ਨੇ, ਜੋ ਕਰਨ ਲੈਣਾ, ਆਪਣਾ ਛੋਟਾ ਘਰ ਸੀ ਉਹਨਾਂ ਦਾ ਛਾਵਣੀ ਵਿੱਚ, ਜਿਹੜਾ ਕਮਿਊਨਿਟੀ ਲਿਵਿੰਗ 'ਚ ਰਹਿਣਾ ਉਹਨਾਂ ਨੇ। ਤੇ ਦੂਸਰੀ ਗੱਲ, ਜਦੋਂ ਸਿੱਖ ਜਦੋਂ ਫੌਜਾਂ ਦੀ ਰਹਿਨੁਮਾਈ ਕਰਦੇ ਹਨ, ਜਰਨੈਲ ਵੱਡੇ ਹਨ, ਬਹੁਤ ਵੱਡੇ, ਅੱਗੇ ਜਾ ਕੇ ਮੈਂ ਸਾਰੀਆਂ ਬੈਟਲਸ ਆ ਮੈਂ ਤੁਹਾਨੂੰ ਦੱਸਣਾ ਹੈ, ਮੈਂ ਤੁਹਾਨੂੰ ਕਸੂਰ ਦੀ, ਮੁਲਤਾਨ ਦੀ, ਨੌਸ਼ੇਰੇ ਦੀ, ਕਸ਼ਮੀਰ ਦੀਆਂ, ਟੇਕ ਮੋਰ ਦੈਨ one session to discuss his life, but ਤੇ ਤੁਸੀਂ ਦੇਖੋਗੇ ਕਿ ਉਹ ਖਾਲਸੇ ਦੀ ਆਰਮੀ ਦੀ ਰਹਿਨੁਮਾਈ ਕਰਦੇ ਹਨ, ਲੇਕਿਨ ਪੇਡ ਸੋਲਜਰ ਨਹੀਂ ਕਦੀ ਬਣੇ, ਕਦੀ ਲਾਹੌਰ ਦਰਬਾਰ ਦੇ ਪੇਰੋਲ ਵਿੱਚ ਨਹੀਂ ਆਏ। ਮੈਂ ਇਹ ਗੱਲ ਦੱਸ ਦਿਆਂ, ਸ਼ਾਮ ਸਿੰਘ ਅਟਾਰੀ ਵਾਲਾ, ਹਰੀ ਸਿੰਘ ਨਲਵਾ, ਜਿਤਨੇ ਵੱਡੇ ਜਰਨੈਲ ਸਨ ਉਸ ਵੇਲੇ ਦੇ, ਦੀਵਾਨ ਮੋਹਕਮ ਚੰਦ, ਦੀਵਾਨ ਮੋਤੀ ਚੰਦ, ਜਿੰਨੇ ਵੱਡੇ ਉਸ ਵੇਲੇ ਦੇ, ਜਿਹੜੇ ਫਕੀਰ ਹਜ਼ੂਰਉਦੀਨ, ਜਿਹੜੇ ਵੱਡੇ ਉਸ ਵੇਲੇ ਜਿਹੜੇ ਸਨ, ਜਿਹੜੇ ਵੱਡੇ ਜਰਨੈਲ ਸਿੱਖਾਂ ਦੇ, ਸਿੱਖ ਦਰਬਾਰ ਦੇ, ਲਾਹੌਰ ਦਰਬਾਰ ਦੇ, ਸਾਰੇ ਪੇਡ EMPLOYEE ਸਨ ਮਹਾਰਾਜੇ ਦੇ। They were on the Lahore Darbar ਦੇ payroll ਦੇ ਉੱਤੇ, which rightfully so, because they have to raise their families and everything. But ਇੱਥੇ ਅਕਾਲੀ ਬਾਬਾ ਫੂਲਾ ਸਿੰਘ ਨੇ ਕੋਈ ਸੈਲਰੀ ਵਿਡਰਾ ਨਹੀਂ ਕੀਤੀ। ਇਹ ਸੇਵਾ ਸਮਝਦੇ ਸਨ ਸਿੱਖ ਜਰਨੈਲ ਹੋਣਾ, ਕਿਉਂਕਿ ਉਸ ਵੇਲੇ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਵਿੱਚ ਵੀ ਜਦੋਂ ਲੜਦੇ ਸਨ ਨਿਹੰਗ ਨਾਲ, ਸਿੱਖ ਫੌਜਾਂ ਦੇ ਚਮਕੌਰ ਲੜਦੇ ਸਨ, ਉਹਨਾਂ ਦੀ ਕੋਈ ਸੈਲਰੀ ਨਹੀਂ ਸੀ, ਕੋਈ ਨਾਲ ਉਹਨਾਂ ਨੇ ਕੋਈ ਤਨਖਾਹਾਂ ਨਹੀਂ ਮਿਲਦੀਆਂ ਸਨ। ਇਹ ਪੁਰਾਣੀ ਜਿਹੜੀ ਤਹਿਜ਼ੀਬ ਚੱਲੀ ਆ ਰਹੀ ਹੈ, ਉਹਨਾਂ ਨੇ ਕੰਟੀਨਿਊ ਕੀਤਾ ਉਸ ਵੇਲੇ। ਤੇ ਅੰਮ੍ਰਿਤਸਰ ਜਿਹੜਾ ਵਾ ਹੁਣ
ਇੱਕ ਲਾਹੌਰ ਦਰਬਾਰ ਦੇ ਥੱਲੇ ਆ ਗਿਆ ਤੇ ਉਹਨਾਂ ਨੇ ਇਹ ਸੇਵਾ ਜਿਹੜੀ ਹੈ ਨਿਭਾਣੀ ਸ਼ੁਰੂ ਕਰ ਦਿੱਤੀ ਹੈ ਅੱਗੇ। ਹਾਂਜੀ, ਨਹੀਂ, I thrown a lot of facts today about Babaji's life, you know. Any questions so far? Any confusion on questions or something? मैं एक बैटल ਦਾ ਜ਼ਿਕਰ ਕਰਕੇ I will end the class right now, but ਅਗਰ ਕੋਈ question ਹੋਵੇ ਤਾਂ ਜ਼ਰੂਰ ਪੁੱਛੋ ਜੀ। ਆਪਣੇ ਆਪ ਨੂੰ ਅਨਮਿਊਟ ਕਰ ਲਵੋ। I'll stop here for a second. What was his family life, Veerji? ਉਹਨਾਂ ਨੇ ਵਿਆਹ ਨਹੀਂ ਕਰਾਇਆ ਵੀ ਜੀ, he was not married. Okay. Yeah, ਉਹ ਸੇਵਾ ਵਿੱਚ ਰਹੇ and somehow he decided ਕਿ he does not, he will devote his life there and ਸ਼ਹੀਦੀ ਮਿਸਲ ਵਿੱਚ ਕਾਮਨ ਹੁੰਦਾ ਸੀ, ਬੜੇ ਲੋਕ ਸਨ ਉਹ ਜਿਹਨਾਂ ਨੇ ਨਹੀਂ ਕਰਵਾਇਆ ਸੇਵਾ ਪੰਥੀਆਂ ਵਿੱਚੋਂ ਸ਼ਹੀਦੀ ਮਿਸਲ ਵਿੱਚੋਂ, ਇਹ ਕਾਮਨ ਸੀ, ਬੜਾ ਅਨਕਾਮਨ ਨਹੀਂ ਸੀ ਉਸ ਵੇਲੇ ਇਹ ਚੀਜ਼, ਕਿਉਂਕਿ ਉਸ ਮਿਸਲ ਦਾ ਉਹਨਾਂ ਤੇ ਬੜਾ ਭਾਰੀ ਅਸਰ ਹੋਇਆ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਤੇ ਉਹਨਾਂ ਨੇ ਉਹ ਇਕੱਲੇ ਹੀ ਸਨ, ਆਪਣੇ ਜੱਥੇ ਤੇ ਪੰਥ ਨੂੰ ਆਪਣੀ ਫੈਮਿਲੀ ਉਹਨਾਂ ਨੇ ਮੰਨਿਆ ਤੇ he did not get married. ਹਾਂਜੀ, so yeah. Anybody else has any questions or any issues though, any ਨਾ ਕੋਈ ਚੀਜ਼ ਸਮਝ ਆਈ ਹੋਵੇ? Veerji, ਪਹਿਲੇ 12 ਮਿਸਲਾਂ ਹੁੰਦੀਆਂ ਸੀ ਨਾ? ਹਾਂਜੀ, he was at some point, can you discuss about all the missiles, you know, we'd like to know. yeah, that would be a different topic. Yeah, I can name all of them and how it came about. ਕਮਲ ਜੀ, ਇਹ ਸਾਰਾ ਕੁਝ ਟਾਈਮ ਬੜਾ ਲੱਗਦਾ ਇਹਨਾਂ ਨੂੰ। ਹੁਣ ਜਪਜੀ ਸਾਹਿਬ ਦੇ ਡਿਸਕਸ ਮੇਰਾ ਮਨ ਕੀਤਾ ਤੇ ਮੈਂ ਕਿਹਾ I hope people didn't get bored or something. I hope this was interesting information, you know. Very interesting. ਵੀਰ ਜੀ, ਇੱਕ ਕੁਐਸਚਨ ਹੈ ਮੇਰਾ। ਤੁਸੀਂ ਉਹਨਾਂ ਦੀ ਉਮਰ 18-19 ਸਾਲ ਦੱਸੀ ਹੈ, 1761 ਦਾ ਜਨਮ ਸੀ ਤੇ ਇਹ ਜਦੋਂ ਅਕਾਲ ਤਖਤ ਦੇ ਜਥੇਦਾਰ ਥਾਪੇ ਗਏ ਤੇ ਮੇਰੇ ਖਿਆਲ ਇੰਨੀ ਕੁ ਉਮਰ ਹੋਣੀ ਉਹਨਾਂ ਦੀ ਮੇਰੇ ਹਿਸਾਬ ਨਾਲ। ਨਹੀਂ ਜੀ, ਜਿਹੜੀ ਉਹਨਾਂ ਨੇ ਲੜਾਈ ਲੜੀ ਹੈ ਆਪਣਾ ਕੋਟ ਖਾਲਸਾ ਜਿੱਥੇ ਯੂਨੀਵਰਸਿਟੀ ਹੈ, ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਪਹਿਲੀ ਲੜਾਈ ਉੱਥੇ ਲੜੀ ਸੀ। ਸੋ ਇਹ ਤੁਸੀਂ ਸ਼ਾਹ ਜ਼ਮਾਨ ਵਾਲੀ ਗੱਲ ਕਰਦੇ ਪਏ ਹੋ? ਸ਼ਾਹ ਜ਼ਮਾਨ ਬੜੀਆਂ ਲੜਾਈਆਂ ਅੰਮ੍ਰਿਤਸਰ ਲੜੀਆਂ ਉਹਨਾਂ ਨੇ। ਹਾਂਜੀ, ਸ਼ਾਹ ਜ਼ਮਾਨ ਦੀ ਡੇਟ ਜਿਹੜੀ ਮੇਰੇ ਕੋਲ ਜਿਹੜੀ ਡੇਟ ਹੈ ਉਹ ਹੈ ਜਨਵਰੀ 1797 ਦੀ। ਹਾਂਜੀ, ਤੇ ਉਸ ਵੇਲੇ 97 oh no, I'm wrong Vijay, I'm wrong, ਮੇਰੀ ਗਲਤੀ ਹੋ ਗਈ ਮੈਨੂੰ। 97 minus 61 is not, so sorry, you're right. 26 years. So 97 minus 61 is about 35 years old. So I'm so sorry, ਮੇਰੇ ਕੋਲ I beg for your, you know. ਲਾਹੌਰ ਵਿੱਚ ਸ਼ੁਕਰ ਚੱਕਿਆ ਸੀ ਤੇ ਅੰਮ੍ਰਿਤਸਰ ਭੰਗੀ ਮਿਸਲ ਦਾ ਰਾਜ ਸੀ। ਹਾਂਜੀ, ਭੰਗੀ ਮਿਸਲ। ਉਹ ਜਿਹੜੀ ਮਾਈ ਸੁੱਖਾਂ ਸੀ, ਉਹਨੇ 4 ਦਿਨ ਲੜਾਈ ਲੜੀ, ਫਿਰ ਮੀਂਹ ਪੈ ਗਿਆ ਤੇ ਉਹ ਆਪਣੇ ਬੱਚੇ ਨੂੰ ਲੈ ਕੇ ਤੇ ਦੂਸਰੇ ਕਿਸੇ ਕਿਲੇ ਵਿੱਚ ਚਲੇ ਗਈ ਗੁਰਬਖਸ਼ ਸਿੰਘ ਦੇ। ਫਿਰ ਇਹਨਾਂ ਨੇ ਉਹਨੂੰ ਸਲਾਹ ਦਿੱਤੀ ਮਹਾਰਾਜੇ ਨੂੰ ਵੀ ਇਹ ਗੁਰੂ ਦੀ ਨਗਰੀ ਹੈ, ਇੱਥੇ ਲੁੱਟਮਾਰ ਨਹੀਂ ਕਰਨੀ। ਲੜਾਈ ਵੀ ਵੱਡੇ ਪੈਮਾਨੇ ਤੇ ਲੜਾਈ ਹੋਣ ਨਹੀਂ ਦਿੱਤੀ ਉਹਨਾਂ ਨੇ ਵੀਰ ਜੀ। ਵੱਡੇ ਪੈਮਾਨੇ ਤੇ ਲੜਾਈ ਉਹਨਾਂ ਜਿਹੜੀਆਂ ਤੋਪਾਂ ਵੀ ਜਿਹੜੀਆਂ ਚਲਾਈਆਂ ਉਹਨਾਂ ਨੇ, ਉਹਦੇ ਵਿੱਚ ਬਾਰੂਦ ਨਹੀਂ ਸੀ, ਖਾਲੀ ਤੋਪਾਂ ਜਿਹੜੀਆਂ ਉਹਨਾਂ ਨੇ ਸਿਰਫ ਆਕਾਸ਼ ਵਿੱਚ ਚਲਾਈਆਂ। ਦੈਟਸ ਵਾਟ ਆਈ ਰੈਡ। ਉਹਨਾਂ ਨੇ ਅਲੀ ਵਾਰਨਿੰਗ ਦੇ ਸਾਈਨ ਦਾ, ਕੋਈ ਵੱਡੀ ਕੋਈ ਜੰਗ ਨਹੀਂ ਹੋਣ ਦਿੱਤੀ ਉਹਨਾਂ ਨੇ ਅੰਮ੍ਰਿਤਸਰ ਤੇ। ਸੁੱਖਾਂ ਜਿਹੜੀ ਆ ਫਿਰ ਆਪਣੇ ਪੁੱਤਰ ਨੂੰ ਲੈ ਕੇ ਉਹਨਾਂ ਨੂੰ ਜਗੀਰਾਂ ਦੇ ਦਿੱਤੀਆਂ ਗਈਆਂ ਤੇ ਵਾਪਸ ਚਲੇ ਗਏ। 5 ਪਿੰਡ ਦੇ ਦਿੱਤੇ ਸਨ ਜੀ ਅੰਮ੍ਰਿਤਸਰ ਕੋਲ। ਅਜੇ ਵੀ ਉਹਨਾਂ ਦੇ ਨਾਮ ਸਨ। that is true. So you're right Viji, 97 ਵਿੱਚ ਹੋਇਆ ਉਹਨਾਂ ਦਾ ਜਨਮ, 61 ਚ ਹੋਇਆ। ਇਹਨਾਂ ਦੀ ਪਹਿਲੀ ਉਹਨਾਂ ਨਾਲ ਮੁਲਾਕਾਤ ਸੀ, ਫਿਰ ਦੋਨੋਂ ਆਪਸ ਵਿੱਚ ਕਾਫੀ ਮਿੱਤਰ ਬਣ ਗਏ। that is true. ਜਿੱਥੇ ਵੀ ਹੋਇਆ ਉਸ ਤੋਂ ਬਾਅਦ ਫਿਰ ਉਹ ਉਂਝ ਹੀ ਗੱਲ ਬਣਦੀ ਰਹੀ ਸਾਰੀ। ਬਟ ਯੂ ਆਰ ਐਬਸੋਲੂਟਲੀ ਰਾਈਟ, ਮੇਰੀ ਮੈਥ ਵਿੱਚ ਗਲਤੀ ਹੋ ਗਈ ਮੇਰੇ ਕੋਲ। 97 minus 61 is 36 years old ਸਨ ਉਸ ਵੇਲੇ ਜਦੋਂ। ਤੇ ਇਹਨਾਂ ਤੋਂ ਇਸ ਇਨਸੀਡੈਂਟ ਤੋਂ ਫੌਰਨ ਬਾਅਦ ਹੀ ਅਕਾਲ ਤਖਤ ਸਾਹਿਬ ਦੀ ਸੇਵਾ ਉਹਨਾਂ ਨੇ ਆਪਣੇ ਹੱਥ ਲਿੱਤੀ। ਉਹਨਾਂ ਦੀ ਹੱਥ ਸੇਵਾ ਜਿਹੜੀ ਗਈ ਸਰਬੱਤ ਖਾਲਸਾ ਦੀ ਮੀਟਿੰਗ ਤੋਂ ਬਾਅਦ is what I have। ਉੱਥੇ 1800 ਚ ਆ ਗਏ ਸਨ ਜੀ ਜਿਹੜੇ ਮੰਤਾਂ ਨੂੰ ਠੀਕ ਕਰਨ ਵਾਸਤੇ। ਫਿਰ ਕਾਫੀ ਉਹਨਾਂ ਦੀ ਸੁਧਾਈ ਕੀਤੀ ਉਹਨਾਂ ਦੀ। ਲੇਕਿਨ ਫਿਰ ਜਦੋਂ ਖੁਦ ਬਣੇ, ਜਦੋਂ ਫਿਰ ਉਹਨਾਂ ਦੇ ਹੱਥ ਜਿਹੜਾ ਕੰਟਰੋਲ ਜ਼ਿਆਦਾ ਹੋ ਗਿਆ ਤੇ he had more free hand in whatever he wanted to do, you know। ਤੇ ਇੱਕ ਗੱਲ ਮੈਂ ਹੋਰ ਕਹਿ ਦਿਆਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਵੱਡੀਆਂ ਮੁਸਲਿਮ ਜਿਹੜੀਆਂ ਪ੍ਰਿੰਸੀਪੈਲਿਟੀਜ਼ ਜਿਹੜੀਆਂ ਬਚ ਗਈਆਂ ਸਨ, ਜਿਹੜੀਆਂ ਉਹਨਾਂ ਵਿੱਚੋਂ ਕਸੂਰ, ਡੇਰਾ ਗਾਜ਼ੀ ਖਾਨ, ਮੁਲਤਾਨ, ਬਹਾਵਲਪੁਰ, ਇਹਨਾਂ ਇਲਾਕਿਆਂ ਦੇ ਵਿੱਚ ਹਾਲੇ ਵੀ ਅਫਗਾਨ ਪਠਾਨਾਂ ਦਾ ਰਾਜ ਸੀ।
ਤੇ ਇਹਨਾਂ ਵਿੱਚੋਂ ਕਸੂਰ, ਅਗਰ ਇਫ ਯੂ ਲੁੱਕ ਐਟ ਦ ਮੈਪ ਆਫ ਇੰਡੀਆ, ਯੂ ਨੋ ਪਾਕਿਸਤਾਨ ਦੇ, ਤੇ ਕਸੂਰ ਇਜ਼ ਵੈਰੀ ਕਲੋਜ਼ ਟੂ ਦ ਬਾਰਡਰ, ਯੂ ਨੋ ਇਟਸ ਨੀਅਰ ਫਿਰੋਜ਼ਪੁਰ ਦੇ ਬਹੁਤ ਨੇੜੇ ਹੈ ਕਸੂਰ, ਯੂ ਨੋ। ਤੇ ਇੱਥੇ ਇਤਨੀ ਨਜ਼ਦੀਕੀ ਸੀ ਅੰਮ੍ਰਿਤਸਰ ਦੇ ਨਾਲ ਵੀ, ਤੇ ਥੋੜਾ ਜਿਹਾ ਥ੍ਰੈਟਨਿੰਗ ਸੀ ਉਹਨਾਂ ਦਾ ਉੱਥੇ ਹੋਣਾ ਅੰਮ੍ਰਿਤਸਰ ਤੇ ਲਾਹੌਰ ਦੇ ਨੇੜੇ। ਤੇ ਕਸੂਰ ਦਾ ਜਿਹੜਾ ਨਵਾਬ ਜਿਹੜਾ ਸੀ, ਇਸਨੇ ਫੈਸਲਾ ਕੀਤਾ, ਤੇ ਇਸਨੇ ਇਹਨਾਂ ਦਿਨਾਂ 'ਚ ਬੜਾ ਕਾਮਨ ਸੀ ਕਿ ਜਿਹਾਦ ਦਾ ਨਾਰਾ ਲਗਾਇਆ ਉਸਨੇ। ਤੇ ਪਹਿਲੇ ਨਿਜ਼ਾਮੁਦੀਨ ਸੀ ਆਪ ਨਾਂ ਉਹਦਾ, ਫਿਰ ਉਹਦਾ ਭਰਾ ਕੁਤੁਬਦੀਨ ਆਇਆ, ਕੁਤੁਬਦੀਨ ਖਾਨ। ਤੇ ਉਸ ਤੋਂ ਪਹਿਲੇ ਉਹਦਾ ਵੱਡਾ ਭਰਾ ਸੀ ਨਿਜ਼ਾਮੁਦੀਨ ਖਾਨ, ਯੂ ਨੋ, ਜਿਹਨੇ ਇਹ ਜਿਹਾਦ ਦਾ ਨਾਰਾ ਲਗਾਇਆ। ਤੇ ਜਿਹਾਦ ਦਾ ਨਾਰਾ ਜਦੋਂ ਲਗਾਇਆ ਇਸਨੇ, ਤੇ ਉਹਨਾਂ ਦਿਨਾਂ ਵਿੱਚ ਇਹ ਬੜਾ ਕਾਮਨ ਹੁੰਦਾ ਸੀ। ਅੱਗੇ ਜਾ ਕੇ ਦੇਖੋਗੇ ਨੌਸ਼ਹਿਰੇ ਦੀ ਜੰਗ ਵਿੱਚ ਹੀ ਅਜ਼ੀਮ ਖਾਨ ਦੇ ਥੱਲੇ, ਅਜ਼ੀਮ ਖਾਨ ਨੇ ਵੀ ਬੜੇ ਜਿਹਾਦ ਦੇ ਨਾਰੇ ਲਗਾਏ, ਤੇ ਬੜੀਆਂ ਵੱਡੀਆਂ ਫੌਜਾਂ ਉਹਨੇ ਇਕੱਠੀਆਂ ਕਰ ਲਿੱਤੀਆਂ। ਤੇ ਯੰਗ ਪੀਪਲ ਯੂਜ਼ ਟੂ ਗੋ ਇਨਲਿਸਟ ਦੈਮਸੈਲਵਸ ਐਜ਼ ਸੋਲਜਰਸ ਆਫ ਇਸਲਾਮ, ਕਿਉਂਕਿ ਉਹ ਇਸਲਾਮ ਦੇ ਨਾਂ ਤੇ ਲੜਾਈ, ਫਿਰ ਜੰਗ ਸ਼ੁਰੂ ਹੋ ਜਾਂਦੀ ਹੈ ਜਿਹਾਦ ਦੇ ਉੱਤੇ, ਯੂ ਨੋ। ਤੇ ਇਸਨੇ ਬੜੀਆਂ ਜਿਹੜੀਆਂ ਹੈਨ, ਇਹਨੇ ਬੜੇ ਉਹ ਜਿਹੇ ਐਲਾਨ ਭੇਜੇ ਦੁਨੀਆਂ 'ਚ ਬਾਹਰ ਜਾ ਕੇ, ਤੇ ਬਾਹਰੋਂ ਬੜੇ ਮੁਸਲਮਾਨ ਆ ਕੇ ਜਿਨ੍ਹਾਂ ਨੇ ਇਨਲਿਸਟ ਹੋ ਗਏ ਆਰਮੀ ਦੇ ਵਿੱਚ। ਤੇ ਕਸੂਰ became a threatening point, you know, in Punjab's history, and the Maharaja decided that we are going to somehow take care of it, you know. ਜੰਗਾਂ ਬੜੀਆਂ ਪਹਿਲੇ ਹੋਈਆਂ, ਇਹ ਮਾਫੀਆ ਮੰਗਦਾ ਰਿਹਾ, ਕਈ ਵਾਰੀ ਇਹ ਦਿੰਦਾ ਵੀ ਰਿਹਾ, ਚਲੋ ਜੀ ਇਹ ਲੈ ਲਓ, ਪੈਸੇ ਲੈ ਲਓ, ਚਲੋ ਅੱਧਾ ਹਿੱਸਾ ਟੈਕਸ ਦਾ ਲੈ ਲਓ। ਇਤਿਹਾਸ ਵਿੱਚ ਬੜਾ ਕੁਝ ਲਿਖਿਆ ਹੋਇਆ, ਇਤਨੀ ਡਿਟੇਲ 'ਚ ਮੈਂ ਜਾਣਾ ਨਹੀਂ ਹੈ, ਡੇਟਾ ਵੀ ਦਿੱਤੀਆਂ ਹੋਈਆਂ ਨਾਲ। ਪਰ ਫਾਈਨਲੀ ਇਹਦੇ ਨਿਜ਼ਾਮੁਦੀਨ ਦੀ ਡੈਥ ਤੋਂ ਬਾਅਦ ਜਦੋਂ ਇਹਦਾ ਛੋਟਾ ਭਰਾ ਕੁਤੁਬਦੀਨ ਆਇਆ, ਤੇ ਉਸਨੇ ਜਦੋਂ ਜਿਹਾਦ ਦਾ ਨਾਰਾ ਦੁਬਾਰਾ ਲਗਾਇਆ, ਤੇ ਮਹਾਰਾਜੇ ਨੇ ਫੈਸਲਾ ਕੀਤਾ ਕਿ ਹੁਣ ਇਨਫ ਇਜ਼ ਇਨਫ, ਯੂ ਨੋ, ਇਹ ਬਹੁਤ ਵੱਧ ਗਈ ਹੈ ਇਹਦੀ ਤਾਕਤ ਨੂੰ ਹੁਣ ਇਹਨੂੰ ਮਰੋੜਨਾ ਪਏਗਾ ਇਸਨੂੰ। ਤੇ ਮਹਾਰਾਜੇ ਦੇ ਉਸ ਵੇਲੇ ਜਿਹੜੇ ਵੱਡੇ ਧੰਨਾ ਸਿੰਘ ਹੋਰੀ ਤੇ ਨਿਹਾਲ ਸਿੰਘ ਹੋਰੀ, ਦੋ ਵੱਡੇ ਸਿੱਖ ਜਰਨੈਲ ਸਨ, ਉਹਨਾਂ ਦੇ ਨਾਲ ਇਹ ਮਹਾਰਾਜੇ ਨੇ ਸਪੈਸ਼ਲੀ ਰਿਕੁਐਸਟ ਅੰਮ੍ਰਿਤਸਰ ਸਾਹਿਬ ਭੇਜੀ ਅਕਾਲੀ ਫੂਲਾ ਸਿੰਘਾਂ ਨੂੰ ਕਿ ਤੁਸੀਂ ਖਾਲਸਾ ਫੌਜਾਂ ਦੀਆਂ ਰਹਿਨੁਮਾਈ ਕਰਕੇ ਤੇ ਕਸੂਰ ਦੀ ਜੰਗ ਵਿੱਚ ਸਾਡੀ ਹੈਲਪ ਕਰੋ ਤੁਸੀਂ। ਤੇ ਚੈਪਟਰ ਬੜਾ ਲੰਬਾ ਹੈ ਕਸੂਰ ਦੀ ਜੰਗ ਦਾ। ਸੀਜ ਪਾਈ ਗਈ ਬੜੀ ਵੱਡੀ, ਉਹਦੇ ਦੀਵਾਰਾਂ ਕਿਲੇ ਦੀਆਂ ਟੁੱਟਣ ਨਾ, ਜੇ ਟੁੱਟਣ ਤੇ ਉਹ ਮੁਰੰਮਤ ਕਰ ਲੈਣ ਦੁਬਾਰਾ। ਜੋ ਮੈਂ ਪੜ੍ਹਿਆ ਹੈ, ਯੂ ਨੋ, ਹੋਤੀ ਮਰਦਾਨ ਦੀ ਕਿਤਾਬ ਦੇ ਵਿੱਚੋਂ ਜਾਂ ਦੂਸਰੀਆਂ ਕਿਤਾਬਾਂ 'ਚ ਜੋ ਮੈਂ ਪੜ੍ਹਿਆ ਹੈ, ਉਹਦੇ ਜੋ ਇਹ ਲਿਖਿਆ ਹੋਇਆ ਹੈ ਕਿ ਅਕਾਲੀ ਫੂਲਾ ਸਿੰਘਾਂ ਨੇ ਇਹ ਐਡਵਾਈਸ ਦਿੱਤੀ ਮਹਾਰਾਜੇ ਨੂੰ ਕਿ ਤੁਸੀਂ ਇੱਕ ਸੁਰੰਗ ਬਣਾ ਕੇ ਤੇ ਇਸ ਕਿਲੇ ਦੀਆਂ ਜਿਹੜੀਆਂ ਫਾਊਂਡੇਸ਼ਨ ਜਿਹੜੀਆਂ ਥੱਲੇ ਦੀਆਂ, ਉਹਦੇ ਬਾਰੂਦ ਲਗਾ ਕੇ ਉੱਥੇ ਬਾਰੂਦ ਲਗਾਓ, ਤੇ ਦੀਵਾਰਾਂ ਵਿੱਚ ਤਰੇੜ ਪੈਗੀ, ਤੇ ਉਸ ਤਰੇੜ ਤੋਂ ਬਾਅਦ ਅਸੀਂ ਅੰਦਰ ਚਲੇ ਜਾਵਾਂਗੇ। ਤੇ ਐਗਜ਼ੈਕਟਲੀ ਇਤਨੀ ਲੰਬੀ ਸੀਜ ਤੋਂ ਬਾਅਦ ਖਾਲਸਾ ਆਰਮੀ ਨੇ, ਨਿਹੰਗਾਂ ਨੇ ਉੱਥੇ ਇੱਕ ਸੁਰੰਗ ਬਣਾਈ, ਤੇ ਸੁਰੰਗ ਬਣਾ ਕੇ ਥੱਲੇ ਜਾ ਕੇ ਤੇ ਉਹਨਾਂ ਫਾਊਂਡੇਸ਼ਨ ਦੇ ਵਿੱਚ ਬਾਰੂਦ ਲਗਾ ਕੇ ਤੇ ਉਹ ਤੋੜ ਕੇ ਤੇ ਕਿਲੇ ਦੀਆਂ ਦੀਵਾਰਾਂ ਦੇ ਵਿੱਚ ਤਰੇੜ ਪਈ। ਜੋ ਦਿਸ ਇਜ਼ ਵਾਟ ਆਈ ਹੈਵ ਰੈਡ, ਯੂ ਨੋ, ਰਾਈਟ। ਹਾਂਜੀ, ਪਹਿਲੀ ਜਿੱਤ ਸੀ ਉਹਨਾਂ ਦੀ, ਤੇ ਉਹਨਾਂ ਨੇ ਸਾਰੀਆਂ ਜਿੱਤਾਂ ਜਿੱਤੀਆਂ ਨੇ ਕਿਉਂਕਿ ਗੁਰਬਾਣੀ ਨਾਲ ਪਿਆਰ ਸੀ। ਸੋ ਗੁਰਬਾਣੀ ਕਰਕੇ ਉਹ ਕਦੇ ਨਹੀਂ ਸੀ ਹਾਰੇ, ਅਰਦਾਸਾਂ ਕਰਕੇ ਚੱਲਦੇ ਸਨ ਤੇ ਹੁਕਮਨਾਮਾ ਲੈ ਕੇ। ਤੇ ਇੱਕ ਵੀ ਜਿੱਤ ਜਿਹੜੀ ਹੈ, ਹਰ ਇੱਕ ਜਿੱਤ ਉਹਨਾਂ ਨੇ ਜਿੱਤੀ ਹੈ, ਜਿੰਨੀਆਂ ਲੜਾਈਆਂ। He is the only Sikh general that is credited with that not a single lost battle though. Every battle that he participated, he won, you know. And you're right, ਕਿਉਂਕਿ ਧਰਮ ਯੁੱਧ ਮੰਨਦੇ ਸਨ ਇਹਨਾਂ ਚੀਜ਼ਾਂ ਨੂੰ, ਉਹ ਧਾਰਮਿਕ ਲੜਾਈ ਮੰਨਦੇ ਸਨ ਅੰਦਰਲੀ, ਔਰ ਕਿਸੇ ਤੋਂ ਡਰ ਦਾ ਕੋਈ ਕੰਮ ਨਹੀਂ ਸੀ ਉੱਥੇ ਕੋਈ। ਤੇ ਜਦੋਂ ਕਿਲੇ ਦੀਆਂ ਦੀਵਾਰਾਂ ਵਿੱਚ ਨਿਤਨੇਮੀ ਸਨ, ਰਣਭੂਮੀ ਚੋਣ ਜਾਂ ਡੇਰੇ 'ਚ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਆਸਾ ਦੀ ਵਾਰ ਦਾ ਨਿਤਨੇਮ ਜ਼ਰੂਰ ਨਿਭਾਉਂਦੇ ਸੀ। ਇਸ ਕਰਕੇ ਉੱਥੇ ਫਿਰ ਜਦੋਂ ਕਿਲੇ ਦੀਆਂ ਦੀਵਾਰਾਂ ਜਦੋਂ ਢਹਿ ਗਈਆਂ, ਜਦੋਂ ਜਾਂ ਤਰੇੜ ਪੈ ਗਏ ਉੱਥੇ ਕਿਲਾ ਦੀ ਦੀਵਾਰਾਂ ਦੇ ਵਿਚਕਾਰ, ਤੇ ਫਿਰ ਨਿਹੰਗਾਂ ਦੀ ਆਰਮੀ ਤੇ ਜਿਹੜੀ ਰੈਗੂਲਰ ਖਾਲਸਾ ਆਰਮੀ ਸੀ ਐਂਟਰ ਕਰਕੇ, ਤੇ ਉੱਥੇ ਫਿਰ ਹੱਥੋਂ ਹੱਥ ਫਿਰ ਪਠਾਨਾਂ ਨਾਲ, ਗਾਜ਼ੀਆਂ ਨਾਲ ਲਾਸ਼ਾਂ ਦੇ ਢੇਰ ਵਿੱਚ ਕੇ, ਇਜ਼ ਵਾਟ ਆਈ ਰੀਡ, ਯੂ ਨੋ। ਐਂਡ ਥੋੜੇ ਘੰਟਿਆਂ ਦੇ ਵਿੱਚ ਲੜਾਈ ਖਤਮ ਹੋ ਗਈ, ਤੇ ਕਸੂਰ ਜਿਹੜਾ ਵੈ ਕਸੂਰ ਦੇ ਜਿਹੜਾ ਕਿਲਾ ਜਿਹੜਾ ਹੈ ਉਹ ਫਤਿਹ ਹੋ ਗਿਆ। ਤੇ ਕਹਿੰਦੇ ਨੇ ਕਸੂਰ ਦਾ ਕਿਲਾ, ਕਈ ਇਤਿਹਾਸਕਾਰਾਂ ਨੇ ਡਿਫਰੈਂਟ ਲਿਖਿਆ, ਜੋ ਮੈਂ ਪੜ੍ਹਿਆ ਜੋ ਕਿ 978 ਈਅਰਸ ਦੇ ਬਾਅਦ ਮੁਸਲਿਮ ਕੰਟਰੋਲ ਤੋਂ ਨਾਨ ਮੁਸਲਿਮ ਹੈਂਡ ਵਿੱਚ ਗਿਆ। ਤੇ ਮੁਲਤਾਨ ਦਾ ਕਿਲਾ ਜਿਹੜਾ
ਹਲੇ 1818 ਵਿੱਚ ਹੋਇਆ, ਉਹਦੇ 'ਚ 11 years later ਦੋ। ਤੋ ਉਹ ਕਿਲਾ ਜਿਹੜਾ ਹੈ ਉਹ ਉਹਨਾਂ ਨੇ, ਉਹ ਵੀ ਮੁਲਤਾਨ ਦਾ ਕਿਲੇ ਵਿੱਚ, ਮੁਲਤਾਨ ਦੀ ਬੈਟਲ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ, ਬੜਾ ਵੱਡਾ ਹੱਥ ਸੀ ਉਹਨਾਂ ਦਾ। ਤੇ ਉਹ 1807 ਵਿੱਚ ਕਸੂਰ ਜਿਹੜਾ ਵੈ became a part of the Sikh Empire, you know। ਤੇ ਇਹ ਦੂਸਰੀ ਜੰਗ ਜਿਹੜੀ ਹੈ, ਵੱਡੀ ਜੰਗ ਜਿਹੜੀ ਹੈ ਅਕਾਲੀ ਬਾਬਾ ਫੂਲਾ ਸਿੰਘਰਾਂ ਨੇ, ਪਹਿਲੇ ਅੰਮ੍ਰਿਤਸਰ ਸ਼ਾਹ ਜ਼ਮਾਨ ਦੇ ਨਾਲ ਜਦੋਂ ਥਾਪੇ ਗਏ, ਜਦੋਂ ਅਕਾਲ ਤਖਤ ਦੇ ਜਥੇਦਾਰ, ਤੇ ਉਸ ਤੋਂ ਬਾਅਦ ਫਿਰ ਜਿਹੜੀ ਲੜਾਈ ਰੁਕਵਾਈ ਜਿਹੜੀ ਅੰਮ੍ਰਿਤਸਰ, ਜਿਹੜੀ ਭੰਗੀਆਂ ਦੇ ਤੇ ਸੁੱਕਰ ਚੱਕੀਆਂ ਮਿਸਲ ਦੇ ਵਿਚਕਾਰ, ਤੇ ਇਹ ਤੀਸਰੀ ਜਿਹੜੀ ਹੈ ਕਸੂਰ ਦੀ ਜਿਹੜੀ ਵੱਡੀ ਜੰਗ ਜਿਹੜੀ 1807 ਵਿੱਚ ਇਹ ਕਿਲਾ ਫਤਿਹ ਕਰਕੇ, ਤੇ ਔਰ ਇਤਨਾ ਮਾਣ ਸਤਕਾਰ ਆਦਰ ਸੀ ਉਹਨਾਂ ਦਾ ਕਿ opposing ਆਰਮੀਜ਼ ਵੀ ਉਹਨਾਂ ਨੂੰ ਬਹੁਤ ਮਾਣ ਸਤਕਾਰ ਤੇ ਆਦਰ ਕਰਦੀਆਂ ਸਨ। ਤੇ ਜੰਗ ਜਿੱਤਣ ਤੋਂ ਬਾਅਦ ਉਹਨਾਂ ਨੇ ਕਦੀ ਲਾਹੌਰ ਵਾਪਸ ਨਹੀਂ ਜਾਣਾ, ਉਹਨਾਂ ਨੇ ਵਾਪਸ ਅੰਮ੍ਰਿਤਸਰ ਜਾ ਕੇ ਡੇਰਾ ਸੰਭਾਲ ਲੈਣਾ ਆਪਣਾ, ਤੇ ਅਕਾਲ ਤਖਤ ਸਾਹਿਬ ਦੀ ਸੇਵਾ ਜਿਹੜੀ ਹੈ ਕਰਨੀ। ਬਹੁਤ ਭਜਨੀਕ ਸਿੰਘ ਸਨ, ਬੜੇ ਨਾਮ ਜਪਣ ਵਾਲੇ, ਬਹੁਤ ਬੰਦਗੀ ਵਾਲੇ ਸਨ ਆਪ। ਔਰ ਕੋਈ ਕੰਮ ਐਸ ਫੂਲਾ ਵਿੱਚ ਹੀ ਪੁਆਇੰਟਡ ਆਊਟ ਕਿ ਉਹ ਬਗੈਰ ਅਰਦਾਸ ਕੀਤੇ ਹੋਏ, ਅਰਦਾਸ ਸੋਧ ਕੇ ਨਹੀਂ ਕਰਦੇ ਸਨ। ਤੇ ਮਹਾਰਾਜੇ ਨੂੰ ਉਹਨਾਂ ਨੇ ਕਦੀ ਆਪਣਾ ਮਾਲਕ ਨਹੀਂ ਗਿਣਿਆ ਕਦੀ। ਹਾਲਾਂਕਿ ਅੱਗੇ ਜਾ ਕੇ ਦੇਖੋਗੇ 2 ਵਾਰੀ ਸਜ਼ਾ ਵੀ ਹੋਈ ਉਹਨਾਂ ਨੂੰ, ਇੱਕ ਉਹ ਵੀ ਕਿੱਸਾ ਆਏਗਾ ਅੱਗੇ, ਜਦੋਂ ਉਹਨਾਂ ਨੇ ਸਜ਼ਾ ਲਗਾਈ ਉਹਨਾਂ ਦੇ ਉੱਤੇ ਰਾਈਟਫੁਲੀ, ਕਦੀ ਵੀ ਉਹਨਾਂ ਨੇ ਮਹਾਰਾਜੇ ਨੂੰ ਆਪਣਾ EMPLOYE ਨਹੀਂ, ਆਪਣਾ EMPLOYER ਨਹੀਂ ਗਿਣਿਆ ਕਦੀ ਵੀ। ਅੱਜ ਕੱਲ ਦੇ ਜਥੇਦਾਰ ਜਿਸ ਤਰ੍ਹਾਂ ਨਹੀਂ ਹਨ, ਜਿਹੜੇ ਨੌਕਰ ਹਨ ਕਿਸੇ ਹੋਰ ਦੇ, ਤੇ ਕਿਸੇ ਹੋਰ ਦੇ ਦਬਦਬੇ ਚ ਆ ਕੇ ਗੱਲ ਕਰਦੇ ਹਨ। ਉਹਨਾਂ ਦਾ ਆਪਣਾ ਤਾਂ ਹੀ ਇੱਜ਼ਤ ਮਾਨ ਬੜਾ ਸੀ ਉਹਨਾਂ ਦਾ। ਤੇ I think I'm going to end here today's talk though, and we will pick up our pieces from 1807 ਤੋਂ ਲੈ ਕੇ 1823 ਤੱਕ। ਤੇ ਸੰਖੇਪ ਇਤਿਹਾਸ ਜਿਹੜਾ ਉਹਨਾਂ ਦਾ ਹੈ, ਜਿਹੜਾ ਉਹ ਮੈਂ ਕੋਸ਼ਿਸ਼ ਕਰਾਂਗਾ ਅਗਲੇ ਹਫਤੇ ਪੂਰਾ ਕਰਨ ਦੀ ਉਹਨਾਂ ਦੀ, ਤੇ ਉਹਨਾਂ ਦੀ ਲਾਈਫ ਤੁਹਾਡੇ ਸਾਹਮਣੇ ਰੱਖ ਸਕਾਂ ਮੈਂ। ਤੇ anybody has any questions or something? I hope this was not this was a detour I took from Japji. I hope people appreciate that, and you guys like this stuff, you know। I know Japji alag discussion hai, te alag discussion hai, but Japji ਦੀਆਂ ਅਸੀਂ ਫੀਤੇ ਜਿਹੜੇ ਹਨ, ਜਿਹੜੇ ਧਾਗੇ ਜਿਹੜੇ ਹਨ, ਉਹ 2 ਹਫ਼ਤੇ ਬਾਅਦ ਫਿਰ ਦੁਬਾਰਾ ਉੱਥੇ ਹੀ ਚਲੇ ਜਾਵਾਂਗੇ ਜਿੱਥੋਂ ਛੋੜਿਆ ਸੀ ਅਸੀਂ। ਬਟ ਇਹਨਾਂ ਦੇ 200 ਸਾਲ ਦਾ ਹੋਇਆ, 200 ਡੈਥ ਐਨੀਵਰਸਰੀ ਸੀ ਇਹਨਾਂ ਦੀ, ਤੇ ਹੁਣੇ ਹੀ ਹੋਈ ਹੈ ਖਤਮ, ਹਫ਼ਤੇ 10 ਦਿਨ ਪਹਿਲੇ ਹੀ ਖਾਲੀ। So I wanted to say something about him, and ਤੁਹਾਨੂੰ ਜਾਣੂ ਕਰਵਾਇਆ ਜਾਏ ਉਹਨਾਂ ਦੀ ਲਾਈਫ ਦੇ ਵਿੱਚੋਂ। ਹਾਂਜੀ, so I hope this was helpful little bit, so yeah। Any questions or any comments, so please share with me. So ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਰਿਸਰਚ ਕਰਕੇ ਤੇ ਸਾਡੇ ਨਾਲ ਸ਼ੇਅਰ ਕੀਤੀ ਹੈ। ਦਿਸ ਮੀਨਸ ਅ ਲੋਟ, ਐਂਡ so we are eternally grateful. Thank you. ਨਹੀਂ ਜੀ, there's nothing to be given, ਮੇਰੀ ਸੇਵਾ ਹੈ, ਤੇ ਮੈਂ just a small attempt, ਮੈਂ ਉਸ ਦਿਨ ਫੁਲਾ ਵਿਜੀ ਨਾਲ ਵੀ ਗੱਲ ਕੀਤੀ ਸੀ ਅੱਜ ਤੋਂ 10 ਦਿਨ ਪਹਿਲੇ, ਤੇ ਮੈਂ ਕਿਹਾ ਸੀ ਕਿ ਹਰ ਗੁਰਦੁਆਰੇ ਵਿੱਚ ਉਹਨਾਂ ਬਾਰੇ ਜ਼ਰੂਰ ਕੁਛ ਨਾ ਕੁਛ ਕੋਈ ਪ੍ਰੋਗਰਾਮ ਜਾਂ ਕੁਛ ਵੀ ਹੋਣੇ ਚਾਹੀਦੇ ਹਨ ਉਹਨਾਂ ਬਾਰੇ ਦੀ ਲਾਈਫ ਬਾਰੇ, ਚਾਹੇ ਅੱਧੇ ਘੰਟੇ ਦੀ ਸਪੀਚ ਹੀ ਹੋਵੇ, 15 ਮਿੰਟ ਦੀ ਗੁਰਦੁਆਰਿਆਂ ਵਿੱਚ, ਲੇਕਿਨ ਜਾਂ ਕੋਈ ਸੈਮੀਨਾਰ ਹੋਵੇ ਜਾਂ ਕੁਛ ਹੋਵੇ, ਤਾਂ ਕਿ ਉਹਨਾਂ ਦੀ ਲਾਈਫ ਨੂੰ ਸਿੱਖ ਸੰਗਤਾਂ ਨੂੰ ਜਾਣੂ ਕਰਾਇਆ ਜਾਏ, ਔਰ ਇਹ ਦੱਸਿਆ ਜਾਏ ਕਿ ਸਿਰਫ ਤਲਵਾਰ ਦੇ ਧਨੀ ਹੋਣਾ ਹੀ ਇੰਪੋਰਟੈਂਟ ਨਹੀਂ ਹੈ। ਉਹ ਆਪ ਇਤਨੇ ਆਲਮ ਫਾਜ਼ਲ ਪੜ੍ਹੇ ਲਿਖੇ ਔਰ ਭਗਤ ਸਨ, ਨਾਲ ਭਗਤੀ ਵੀ ਕੀਤੀ ਹੈ, ਨਾਲ ਬੰਦਗੀ ਵਾਲੇ ਸਨ, ਨਾਲ ਆਪ ਆਸਾ ਦੀ ਵਾਰ ਦੀ ਕੀਰਤਨ ਦੀ ਚੌਂਕੀ ਕਹਿੰਦੇ ਨੇ, ਉਹਨਾਂ ਨੇ ਇੱਕ ਚੌਂਕੀ ਆਪਣੀ ਲਾਈਫ ਵਿੱਚ ਆਸਾ ਦੀ ਵਾਰ ਦੀ ਮਿਸ ਨਹੀਂ ਕੀਤੀ ਉਹਨਾਂ ਨੇ। ਜਦ ਤੱਕ ਉਹਨਾਂ ਦੀ ਡੈਥ ਤੋਂ ਇੱਕ ਦਿਨ ਪਹਿਲੇ ਤੱਕ ਵੀ ਇਤਿਹਾਸਕਾਰ ਲਿਖਦੇ ਹਨ, ਉਹਨਾਂ ਨੇ ਆਪਣੀ ਲਾਈਫ ਵਿੱਚ ਇੱਕ ਵੀ ਦਿਨ ਆਸਾ ਦੀ ਵਾਰ ਦੀ ਚੌਂਕੀ ਮਿਸ ਨਹੀਂ ਕੀਤੀ ਉਹਨਾਂ ਨੇ। ਤੇ ਨਿਤਨੇਮ, ਹਾਂਜੀ, ਤੇ ਨਿਤਨੇਮ ਰੋਜ਼ਾਨਾ ਹੀ। ਸੋ ਇਹ ਮੈਂ ਅਨਾਉਂਸਮੈਂਟ ਕਰਤੀ ਸੀ ਵੀਰ ਜੀ ਗੁਰਦੁਆਰੇ 2-4 ਮਿੰਟ ਵਾਸਤੇ ਅਨਾਉਂਸਮੈਂਟ ਕਰਤੀ ਸੀ। ਚਲੋ ਠੀਕ ਹੈ, ਜੇ ਹੋਏ ਟਾਈਮ ਹੋਏ ਤੇ ਵੀਰ ਜੀ I'll come and speak for 15 minutes। ਸੋ ਅਗਰ ਸੇਵਾ ਦੇਣ ਤੇ ਮੈਂ ਅਗਲੇ 2 ਸੰਡੇ, ਜਦੋਂ ਵੀ 3 ਸੰਡੇ ਮੈਂ ਇੱਥੇ ਹੀ ਹਾਲੇ 2-3 ਹਫ਼ਤੇ, ਸੋ
ਅਗਰ ਟਾਈਮ ਹੋਏਗਾ ਤੇ I will go myself and I want to, but ਜਾਣੂ ਹੋਣ ਸਿੰਘ, ਪਤਾ ਲੱਗੇ ਵੀ ਕੀ ਹੈ ਸਾਡਾ ਪਿਛੋਕੜ, ਕੌਣ ਸਨ ਵੱਡੇ ਸਾਡੇ, ਔਰ ਸਿਰਫ ਇਹ ਹੀ ਨਹੀਂ ਵੀਰ ਜੀ, ਬਾਕੀ ਵੀ ਸਿੰਘ ਸਰਦਾਰ ਜਰਨੈਲ ਵੱਡੇ, ਲੇਕਿਨ ਇਹ ਬਾਕੀਆਂ ਵਿੱਚ ਤੇ ਇਹਨਾਂ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਕਿ ਬਾਕੀ ਨੂੰ ਮੈਂ ਸੰਨ ਸਿਪਾਹੀ ਦੀ ਕੈਟੇਗਰੀ 'ਚ ਨਹੀਂ ਗਿਣ ਸਕਦਾ ਸਾਰਿਆਂ ਨੂੰ, ਇਹਨਾਂ ਨੂੰ ਗਿਣ ਸਕਦਾ ਹਾਂ। ਇਹ ਇਹਨਾਂ ਦਾ ਸਥਾਨ ਬਹੁਤ ਵੱਡਾ ਹੈ ਇਹਨਾਂ ਦਾ। ਤੇ ਵੀ ਵਿਲ ਪਿਕ ਅਪ ਆਵਰ ਪੀਸਸ ਨੈਕਸਟ ਵੀਕ, ਦੋ ਉਹਨਾਂ ਦੀ ਅੰਗਰੇਜ਼ਾਂ ਦੇ ਨਾਲ ਜਿਹੜੀ ਉਹਨਾਂ ਦੀ ਜਦੋਜਹਿਦ ਰਹੀ, ਜਿਹੜੀ ਮਟਕਾਫ ਦੇ ਥੱਲੇ ਵੀ ਅੱਗੇ ਜਾ ਕੇ ਟ੍ਰੀਟੀ ਆਫ ਅੰਮ੍ਰਿਤਸਰ ਦਾ ਜਿਹਨਾਂ ਦੀ ਅਪੋਜ਼ ਕੀਤਾ ਉਹਨਾਂ ਨੇ, ਤੇ ਉਸ ਤੋਂ ਬਾਅਦ ਫਿਰ ਜਦੋਂ ਮਾਲਵਾ ਦਾ ਇਲਾਕਾ ਸਿੱਖ ਅੰਪਾਇਰ ਤੋਂ ਅਲੱਗ ਹੋਇਆ ਤੇ ਕਿਸਾਂ ਜਿੰਦ ਦੇ ਜਿਹੜਾ ਹੈ ਸੀ ਉੱਤਰਾਧਿਕਾਰੀ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਨਹੀਂ ਮੰਨਿਆ, ਉਹ ਉਹਨਾਂ ਦੀ ਸ਼ਰਨ ਗਿਆ। ਉਸ ਤੋਂ ਬਾਅਦ ਮੁਲਤਾਨ ਦੀ ਜੰਗ ਹੈ, ਤੇ ਮੁਲਤਾਨ ਦੀ ਜੰਗ ਤੋਂ ਬਾਅਦ ਜਿਹੜੀਆਂ ਫਿਰ ਉਹਨਾਂ ਦੀਆਂ ਵੱਡੀਆਂ ਕਾਰਨਾਮੇ ਕਸ਼ਮੀਰ ਵਿੱਚ, ਉਹਨਾਂ ਇਲਾਕਿਆਂ ਵਿੱਚ, ਡੇਰਾ ਗਾਜ਼ੀ ਖਾਨ ਵਗੈਰਾ ਵਿੱਚ, ਤੇ ਪਿਸ਼ਾਵਰ ਵਿੱਚ, ਤੇ ਜਮਰੋਦ ਵਿੱਚ, ਤੇ anyway, so we'll trace his history next week. We will end this chapter and so agar koi question hove ya kuch hove te you can ask me last minute, otherwise I'm going to end the class because the Kirtan workshop starts in half an hour। ਹਾਂਜੀ, ਰਿਵਰਸਾਈਡ ਗੁਰਦੁਆਰਾ ਨਾ ਉੱਥੇ ਵੀ ਕਰ ਰਹੇ ਬਹੁਤ ਜ਼ਿਆਦਾ, ਰੋਜ਼ ਆਉਂਦਾ ਉਹਦੇ ਤੇ ਟੀਵੀ ਤੇ। that's very good, I'm glad to hear ਹਾਂਜੀ। ਵੀਰ ਜੀ ਇੱਕ ਚੀਜ਼ ਮੈਂ ਸੋਚਦਾ ਸੀ ਕਿ ਥੋੜੀ ਜਿਹੀ ਡਿਸਕਸ਼ਨ ਇਸ ਚੀਜ਼ ਦੀ ਹੋਵੇ ਕਿ what were the factors, ਫੂਲਾ ਸਿੰਘ ਜੀ ਵੀਰ ਜੀ ਨੇ ਹੁਣੇ ਐਕਸਪਲੇਨ ਤੇ ਕੀਤਾ ਹੈਗਾ ਕਿ ਜੋ ਕੰਪੋਨੈਂਟ ਸੀ ਜਿਹਦੇ ਨਾਲ ਕਿ ਉਹ ਇੰਨੇ ਤੁਸੀਂ ਜਿਸ ਤਰ੍ਹਾਂ ਕਿਹਾ ਸਨ ਸਿਪਾਹੀ ਸਨ, so that we can look at reclaiming that in our generation, the next generation, ਤੇ ਇਹ ਥੋੜੀ ਜਿਹੀ ਡਿਸਕਸ਼ਨ ਹੋਣੀ ਕਿ ਤਾਂ ਕਿ factors which actually which were part of that। Thank you, sir. nahi bilkul nahi, you're right, I'm going to do that। I'm towards the when I end this thing, ਫਿਰ ਉਹਨਾਂ ਦੀ ਇਸ ਪਹਿਲੂ ਦੇ ਉੱਤੇ ਗੱਲ ਕਰਾਂਗੇ ਜ਼ਰੂਰ। definitely it's a good point, I agree with you, definitely, yeah 100% agree with you, yeah। if nobody has any questions, I'm going to say goodbye now ji। ਹਾਂਜੀ, Wajji Khalsa, Wajji Ki Fateh, everybody. We will see everybody next week. One more session will be devoted to Akali Baba Phula Singh Auri and ਉਹਨਾਂ ਦੀ life ਦੇ ਉੱਤੇ, and then we will then move on to the chapter of Japji where we left off, ਹਾਂਜੀ। Thank you, Vijay. It was very enlightening, very educational for us as well. Thank you, Ji. Thank you, Vijay. Vijay, next time, can you tell us what your references are? Sure, I'm going to give some references. English ਵਿੱਚ ਬਹੁਤੇ references ਅੱਛੇ ਨਹੀਂ ਹਨ, unfortunately। ਪੰਜਾਬੀ ਵਿੱਚ ਵੀ ਹਨ, 2-3 ਅੱਛੇ references ਹਨ। ਮੈਂ ਤੁਹਾਨੂੰ ਦੋਨੋਂ reference ਜਿਹੜੇ ਨਾ ਮੈਂ ਟਾਈਪ ਕਰਕੇ ਤੇ WhatsApp ਦੇ ਗਰੁੱਪ ਵਿੱਚ ਪਾ ਦਿਆਂਗਾ। ਹਾਂਜੀ, ਥੈਂਕ ਯੂ। ਹੁਣ ਤੁਸੀਂ ਫਿਰ ਲੈ ਲੈਣਾ ਜ਼ਰੂਰ। ਥੈਂਕ ਯੂ ਜੀ। ਓਕੇ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। I will leave in a minute or so when everybody else leaves, ਹਾਂਜੀ। Okay ji, now I'm going to leave now। Vajji Khalsa, Vajji Ki Fateh ji। We'll see everybody in the Kirtan class pretty soon। Thank you ji, thank you।